श्री गुरु रामदास गुण गावो। गुर अर्जन बिघ्नन के नाशक, बिघ्नन के नाशक। खार गोबिंद शुभ सुमत प्रकाशक। गुर हर राय नमो कर जोरी, नमो कर जोरी। गुर हर कृष्ण मनाऊं बहोरी। गुर तेग बहादुर परम कृपाला जी, परम कृपाला। श्री गुरु गोबिंद सिंह बिसाला। तरु तरा पर पुन पुन सीसा, वाहिगुरु पुन पुन सीसा। बंदों बार बार जगदीसा। जिसमें अमृत ज्ञान है मानक भगत बैराग। श्री गुरु ग्रंथ साहिब उदद बंदो कार्य अनुराग। श्री गुरु शब्द कमाए जिन जीते पंच विकार। तिन संतन कौ बंदना सिर चरणन पर तार। एक अंकार सतगुरु ते प्रसाद सच होए। वाहिगुरु जी की फतेह बिघन बिनाशन सोए। सतनाम श्री वाहिगुरु साहिब जी। अस कह कीन प्यानो तूरन, पहुँचे तलवंडी गुरपूरन। एक कूप ऊपर तह जाई, बैठ गए पुन गिरा अलाई। अस कह कीन प्यानो तूरन। वाहिगुरु जी का खालसा, वाहिगुरु जी की फतेह। जुग जुग अटल चवर छतर, तख्त दे मालक। दसां ही पातशाहियों की आत्मक जोत। धन धन साहिब श्री गुरु ग्रंथ साहिब महाराज सच्चे पातशाह जी की पावन पवित्र हजूरी अंदर गुरुद्वारा मंजी साहिब दीवान हाल सचखंड श्री हरमंदर साहिब श्री अमृतसर साहिब जी विखे दिन के चौथे पैर दे सुंदर दीवान सजे हैं। सजे हुए दीवाना अंदर अति सन्मानयोग रागी ਸਿੰਘਾਂ पासों आप संगतां ने अमृतमयी इलाही गुरबाणी का कीर्तन श्रवण किया है। आओ गुर संगत जी, हुण समा है जो चल रही लड़ीवार गुर इतिहास की कथा आपां श्रवण करते आ रहे हाँ। कल के दीवाना विच आपां श्रवण किया सी जगत गुरु धन गुरु श्री गुरु नानक देव साहिब सच्चे पातशाह जी भाई मरदाना जी के चलाने उपरंत उन्हां दा संस्कार हत्थीं करके खुरमे नगर दे विच एक रात ठहरे हैं। इत्थे ही सतगुरां नूं गोरखनाथ सिद्धां दे समेत मिलिया है। इन्हां सिद्धां ने आके गुरु जी नूं आदेश किया है। पातशाह ने किया है आदेश एक अंकार परमेश्वर नूं है। कुछ सवाल सिद्धां ने महाराज जी दे अगे रखे हैं कि साडे इन्हां सवालों का आप जी कृपा करके उत्तर दवो। उन्हां सवालों का उत्तर गुरु जी ने इन्हां दे प्रश्न अनुसार दिता है। बाद विच ये सिद्ध कहण लगे कि असीं अचल दे मेले जा रहे हाँ, तुसीं भी साडे नाल चलो। सतगुरु जी ने दूरी पूछी है, कहण लगे 600 मील की दूरी है ते कल मेला भरेगा। महाराज कहण लगे इन्नी दूरी ये तां तुसीं करामात नाल ही पूरी कर सकदे हो। ते अगों सुन के सिद्ध कहण लगे
ਕਿ ਤੁਹਾਡੇ ਵਿੱਚ ਵੀ ਕਰਾਮਾਤਾਂ ਸੀ। ਜਦੋਂ ਤੁਸੀਂ ਸੁਮੇਰ ਪਰਬਤ 'ਤੇ ਆਏ ਸੀ, ਤੁਹਾਡੀ ਖੜਾਂ ਨੇ ਸਾਡੀਆਂ ਕਰਾਮਾਤਾਂ ਜਿਹੜੀਆਂ ਸੀ ਉਹ ਨੀਵੀਆਂ ਕੀਤੀਆਂ ਸਨ, ਹੌਲੀਆਂ ਕੀਤੀਆਂ। ਕੀ ਹੁਣ ਤੁਹਾਡੀ ਕਰਾਮਾਤ ਚਲੀ ਗਈ? ਮਹਾਰਾਜ ਕਹਿਣ ਲੱਗੇ ਕਿ ਸਾਰਾ ਕੁਝ ਹੀ ਉਹ ਪਰਮਾਤਮਾ ਦਾ, ਉਹ ਰੱਬੀ ਦਾਤ ਸੀ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਬਚਨ ਸੁਣ ਕੇ ਗੋਰਖਨਾਥ ਕਹਿਣ ਲੱਗਾ ਕਿ ਠੀਕ ਹੈ, ਅਸੀਂ ਚੱਲਦੇ ਹਾਂ, ਤੁਸੀਂ ਸਾਡੇ ਪਿੱਛੇ ਆ ਜਾਇਓ। ਇਹ ਗੱਲ ਕਹਿ ਕੇ ਸਿੱਧ ਚੱਲੇ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਤੋਂ ਪਿੱਛੋਂ ਤੁਰੇ ਨੇ। ਪਰ ਜਦੋਂ ਸਿੱਧ ਅਚਲ ਪਹੁੰਚਦੇ ਹਨ, ਕੀ ਦੇਖਦੇ ਹਨ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤਾਂ ਪਹਿਲਾਂ ਹੀ ਪਹੁੰਚੇ ਹਨ। ਇਹ ਦੇਖ ਕਰਕੇ ਸਿੱਧ ਵੀ ਹੈਰਾਨ ਹੋਏ। ਇੱਥੋਂ ਦਾ ਮੇਲਾ ਭਰਿਆ, ਸਾਰੀਆਂ ਸੰਗਤਾਂ ਜਿਹੜੀਆਂ ਪਹੁੰਚਦੀਆਂ ਹਨ, ਲੋਕ ਇਹਨਾਂ ਮੇਲਿਆਂ ਵਿੱਚ ਪਹੁੰਚਦੇ ਨੇ, ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆ ਕੇ ਨਤਮਸਤਕ ਹੁੰਦੀਆਂ ਨੇ। ਇਹ ਦੇਖ ਕਰਕੇ ਸਿੱਧ ਜਿਹੜੇ ਆਪਣੀ ਪੂਜਾ ਕਰਾਉਣ ਵਾਸਤੇ ਉੱਥੇ ਗਏ ਸਨ, ਇਹ ਸਿੱਧ ਬੜੇ ਅੰਦਰੋਂ ਅੰਦਰੀ ਛੜੇ ਹਨ, ਬੜਾ ਦੁੱਖ ਮਹਿਸੂਸ ਕਰਦੇ ਨੇ ਕਿ ਸਾਡੀ ਇੱਥੇ ਇੰਨੀ ਉਪਮਾ ਨਹੀਂ ਹੋ ਰਹੀ ਜਿੰਨੀ ਗੁਰੂ ਨਾਨਕ ਸਾਹਿਬ ਜੀ ਦਾ ਇੱਥੇ ਜਸ ਹੋ ਰਿਹਾ ਹੈ। ਕੁਝ ਸਿੱਧਾਂ ਨੇ ਇੱਥੇ ਜਿਹੜੀ ਚਰਚਾ ਕੀਤੀ ਹੈ, ਉਹ ਭਾਈ ਗੁਰਦਾਸ ਜੀ ਨੇ ਵਾਰਾਂ ਦੇ ਅੰਦਰ ਇਹ ਸਾਰਾ ਜਿਹੜਾ ਸੀ ਘਟਨਾਕ੍ਰਮ ਦਰਸਾਇਆ ਹੈ। ਇਹਨਾਂ ਸਿੱਧਾਂ ਦੇ ਸਵਾਲਾਂ ਦੇ ਉੱਤਰ ਗੁਰੂ ਜੀ ਨੇ ਦਿੱਤੇ ਹਨ। ਇਹਨਾਂ ਦੀਆਂ ਕਰਾਮਾਤਾਂ ਸਤਿਗੁਰਾਂ ਅੱਗੇ ਫਿੱਕੀਆਂ ਪਈਆਂ ਨੇ। ਜਿੱਥੇ ਪੂਰਾ ਹੋਵੇ ਉੱਥੇ ਅਧੂਰੇ ਦਾ ਕੀ ਪ੍ਰਭਾਵ। ਸਾਰਿਆਂ ਨੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਨਤਮਸਤਕ ਹੋ ਕੇ ਬਖਸ਼ਿਸ਼ਾਂ ਲਈਆਂ। ਮੇਲਾ ਪੂਰਾ ਹੋਇਆ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਸ ਤਰ੍ਹਾਂ ਭਾਈ ਬਾਲੇ ਨੂੰ ਲੈ ਕੇ ਤਲਵੰਡੀ ਆਉਣਗੇ, ਭਾਈ ਮਰਦਾਨੇ ਦੇ ਪੁੱਤਰ ਸ਼ਹਿਜ਼ਾਦੇ ਨੂੰ ਨਾਲ ਲੈ ਕੇ ਖੁਰਮੇ ਨਗਰ ਪਹੁੰਚਦੇ ਹਨ। ਰਸਤੇ ਵਿੱਚ ਤੁਲੰਬਾ ਨਗਰ ਪੈਂਦਾ ਹੈ, ਜਿੱਥੇ ਸੱਜਣ ਠੱਗਦੇ ਤਾਂ ਹੀ ਸਤਿਗੁਰਾਂ ਨੇ ਉਪਦੇਸ਼ ਦਿੱਤਾ। ਇਹ ਵਿਚਾਰ ਅੱਗੇ ਆ ਰਹੀ ਹੈ। ਆਓ ਗੁਰ ਸੰਗਤ ਜੀ ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਜੋੜੀਏ। ਸਤਿਗੁਰੂ ਸਾਹਿਬ ਜੀ ਦੀ ਅੰਮ੍ਰਿਤਮਈ ਜੀਵਨ ਕੌਤਕਾਂ ਦੀ ਜੋ ਕਥਾ ਹੈ, ਇਸ ਪਾਵਨ ਅੰਮ੍ਰਿਤ ਨੂੰ ਕੰਨਾਂ ਨੂੰ ਡੋਨੇ ਬਣਾ ਕੇ ਪੀਣ ਦਾ ਯਤਨ ਕਰੀਏ। ਸਮੁੱਚੀਆਂ ਸੰਗਤਾਂ ਦਿਓ ਅਸੀਸ, ਰਸਨਾ ਕਰੋ ਪਵਿੱਤਰ, ਪ੍ਰੇਮ ਸਤਿਕਾਰ ਸਹਿਤ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਸ ਕਹਿ ਕੀਨ ਪਿਆਨੋ ਤੂਰਨ। ਇਸ ਤਰ੍ਹਾਂ ਕਹਿ ਕੇ ਭਾਈ ਬਾਲੇ ਦੇ ਤਾਈਂ ਸਤਿਗੁਰੂ ਜੀ ਕਿ ਬਾਲੇ ਚੱਲਹੁ ਅਬੈ ਤਲਵੰਡੀ ਮਾਹੀ, ਖੁਰਮੇ ਨਗਰ ਪਹੁੰਚਾਵੇ ਤਾਹੀ। ਦੈ ਸਿਰ ਪਾਉ ਬਿਠਾਉ ਭਲੇਰੇ, ਇਸ ਬਿਦ ਕਰਨ ਭਾਰ ਸਿਰ ਮੇਰੇ। ਇਹ ਬਚਨ ਕਹਿ ਕੇ ਸਤਿਗੁਰੂ ਜੀ ਇਸ ਅਚਲ ਦੀ ਧਰਤੀ ਤੋਂ ਮਹਾਰਾਜ ਚੱਲੇ ਹਨ। ਅਸ ਕਹਿ ਕੀਨ ਪਿਆਨੋ ਤੂਰਨ, ਪਹੁੰਚੇ ਤਲਵੰਡੀ ਗੁਰਪੂਰਨ। ਪੂਰੇ ਸਤਿਗੁਰੂ ਜੀ ਤਲਵੰਡੀ ਨਗਰ ਦੇ ਵਿੱਚ ਪਹੁੰਚੇ ਹਨ। ਏਕ ਕੂਪ ਉਪਰ ਤਹਿ ਜਾਈ। ਨਗਰ ਤੋਂ ਬਾਰ-ਬਾਰ ਭਾਈ ਬਾਲੇ ਦੇ ਪਿਤਾ ਦਾ ਖੂਹ ਸੀ, ਭਾਈ ਚੰਦਰਭਾਨ ਜੀ ਦਾ। ਇਸ ਖੂਹ ਦੇ ਉੱਤੇ ਜਾ ਕੇ ਸਤਿਗੁਰੂ ਬਿਰਾਜਮਾਨ ਹੋਏ ਹਨ। ਬੈਠ ਗਏ ਪੁਨ ਗਿਰਾ ਅਲਾਈ। ਸਤਿਗੁਰੂ ਇਹ ਖੂਹ ਦੇ ਉੱਤੇ ਬੈਠ ਕੇ ਭਾਈ ਬਾਲੇ ਦੇ ਤਾਈਂ ਕਹਿਣ ਲੱਗੇ ਹਨ, ਹਿਤੂ ਮਾਤ ਪਿਤਰਾਏ ਪਛਾਨੋ। ਗੁਰਦੇਵ ਕਹਿਣ ਲੱਗੇ, ਬਾਲਾ ਮੇਰੇ ਮਾਤਾ ਪਿਤਾ ਅਤੇ ਰਾਏ ਬੁਲਾਰ ਇਹ ਸਾਡੇ ਸਾਰੇ ਹੇਤੂ ਸਨ, ਪਿਆਰ ਕਰਨ ਵਾਲੇ ਸੀ। ਭਾ ਪਰਲੋਕ ਸਭਨ ਕੋ ਜਾਨੋ। ਪਰ ਹੁਣ ਸਾਰੇ ਪਰਲੋਕ ਗਮਨ ਕਰ ਗਏ ਨੇ। ਪਿਤਾ ਕਲਿਆਣ ਚੰਦ ਜੀ, ਮਾਤਾ ਤ੍ਰਿਪਤਾ ਜੀ ਅਤੇ ਗੁਰੂ ਜੀ ਦਾ ਪਿਆਰ ਵਾਲਾ ਸਿੱਖ ਜਿਹੜਾ ਸੀ ਰਾਏ ਬੁਲਾਰ, ਜਿਸ ਨੇ ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਨੂੰ ਨੇਤਰਾਂ ਦੇ ਨਾਲ ਤੱਕਿਆ। ਜਿੱਥੇ ਸੱਪ ਨੇ ਛਾਂ ਕੀਤੀ, ਬ੍ਰਿਕਸ਼ ਦੀ ਛਾਂ ਅਚਲ ਰਹਿਣੀ, ਖੇਤ ਹਰੇ ਹੋਣੇ, ਇਹ ਸਾਰਾ ਕੁਝ ਕੰਨੀ ਸੁਣਿਆ, ਅੱਖੀਂ ਤੱਕਿਆ। ਇਹ ਦੇਖ ਕਰਕੇ ਗੁਰੂ ਘਰ ਦਾ ਸ਼ਰਧਾਲੂ ਬਣਿਆ ਸੀ। ਜਿੰਨੀ ਇਹਦੀ ਉਮਰ ਬਾਕੀ ਰਹੀ,
ਇਹਨੇ ਗੁਰੂ ਸਾਹਿਬ ਦੇ ਸ਼ਰਧਾਲੂ ਬਣ ਕੇ, ਜਨ ਬਣ ਕੇ ਬਤੀਤ ਕੀਤੀ। ਮਹਾਰਾਜ ਕਹਿਣ ਲੱਗੇ, ਭਾਈ ਬਾਲੇ ਦੇ ਤਾਈ ਕਿ ਸਾਡੇ ਮਾਤਾ ਪਿਤਾ ਅਤੇ ਸਾਡਾ ਪਿਆਰ ਵਾਲਾ ਰਾਏ ਬੁਲਾਰ ਉਹ ਹੁਣ ਪਰਲੋਕ ਜਾ ਚੁੱਕੇ ਹਨ, ਚਾਚਾ ਲਾਲੂ ਜੀਵਤ ਅਬ ਹੀ, ਪਰ ਸਾਡੇ ਚਾਚਾ ਲਾਲੂ ਜੀ ਉਹ ਹਲੇ ਜਿਉਂਦੇ ਹਨ। ਸੋ ਹਮ ਕੋ ਦੇਖेंगे ਜਬ ਹੀ, ਜਦੋਂ ਅਸੀਂ ਨਗਰ ਵਿੱਚ ਜਾਵਾਂਗੇ ਤਲਵੰਡੀ ਦੇ ਵਿੱਚ ਤੇ ਸਾਡੇ ਚਾਚੇ ਲਾਲੂ ਨੇ ਸਾਡੇ ਵੱਲ ਦੇਖਣਾ ਹੈ। ਬਹੁਤ ਕਰੈ ਨ ਜਾਵਨ ਦੇਹੀ, ਬਹੁਤਾ ਹਿੱਤ ਕਰਨਗੇ, ਮੋਹ ਦੇ ਵੱਜੇ ਹੋਏ ਸਾਨੂੰ ਰੋਕ ਲੈਣਗੇ, ਇੱਥੋਂ ਜਾਣ ਨਹੀਂ ਦੇਣਗੇ। ਗਰ ਲਗਾਏ ਕੈ ਰੁਦਨ ਕਰੇਹੀ, ਆਪਣੇ ਗਲ ਦੇ ਨਾਲ ਲਾ ਕੇ ਸਾਨੂੰ ਬਹੁਤਾ ਪਿਆਰ ਕਰਨਗੇ, ਰੋਣਗੇ। ਤਿਮਰ ਪਏ ਜਾਵੋ ਪੁਰ ਮਾਹੀ, ਇਸ ਕਰਕੇ ਬਾਲੇ ਇੱਥੇ ਬੈਠ, ਜਦ ਹਨੇਰਾ ਹੋਵੇਗਾ ਫਿਰ ਨਗਰ ਵਿੱਚ ਜਾਵੀਂ। ਤੂਸ਼ਨ ਧਾਰ ਆਨੀਏ ਤਾਹੀ, ਤੇ ਚੁੱਪ ਕਰਕੇ ਭਾਈ ਮਰਦਾਨੇ ਦੇ ਪੁੱਤਰ ਨੂੰ, ਸ਼ਹਿਜ਼ਾਦੇ ਨੂੰ ਆਪਣੇ ਨਾਲ ਲੈ ਆਈ। ਹਮ ਨਹਿ ਨਗਰ ਮਝਾਰ ਪੰਦਾਰੈ, ਅਸੀਂ ਨਗਰ ਦੇ ਵਿੱਚ ਨਹੀਂ ਜਾਵਾਂਗੇ, ਲੈ ਵਹਿਰ ਤੇ ਤਹਾਂ ਸਿਦਾਰੈ। ਨਗਰ ਤੋਂ ਬਾਰ-ਬਾਰ ਹੀ ਭਾਈ ਮਰਦਾਨੇ ਦੇ ਪੁੱਤਰ ਨੂੰ ਲੈ ਕੇ ਇੱਥੋਂ ਹੀ ਚਲੇ ਜਾਵਾਂਗੇ। ਆਏ ਸਪਾਏ ਤਬੈ ਮੈਂ ਗਇਓ, ਭਾਈ ਬਾਲਾ ਜੀ ਕਹਿੰਦੇ, ਸਤਿਗੁਰੂ ਮੈਂ ਗੁਰੂ ਨਾਨਕ ਸਾਹਿਬ ਜੀ ਦੀ ਆਗਿਆ ਪਾ ਕੇ, ਮਹਾਰਾਜ ਜੀ ਦਾ ਬਚਨ ਮੰਨ ਕੇ ਨਗਰ ਵਿੱਚ ਗਿਆ। ਕੋਏ ਨਾ ਪੁਰ ਮਹਿ ਜਾਣਤ ਪਇਓ, ਤੇ ਹਨੇਰਾ ਹੋਇਆ ਸੀ ਉਦੋਂ ਮੈਂ ਨਗਰ ਵਿੱਚ ਗਿਆ ਤੇ ਕਿਸੇ ਨੇ ਵੀ ਮੈਨੂੰ ਪਛਾਣਿਆ ਨਹੀਂ। ਦਰ ਠਾਂਡੇ ਹਵੈ ਸਹਿਜ ਬੁਲਾਇਓ, ਭਾਈ ਮਰਦਾਨੇ ਦੇ ਘਰ ਦੇ ਬਾਹਰ ਦਰਵਾਜ਼ੇ ਤੇ ਖਲੋ ਕੇ ਹੌਲੀ ਆਵਾਜ਼ ਦਿੱਤੀ ਹੈ। ਸੁਨ ਸਹਿਜਾਦਾ ਬਾਹਰ ਆਇਓ, ਮੇਰੀ ਆਵਾਜ਼ ਸੁਣ ਕੇ ਭਾਈ ਮਰਦਾਨੇ ਦਾ ਪੁੱਤਰ ਜਿਹਦਾ ਨਾਮ ਸ਼ਹਿਜ਼ਾਦਾ ਹੈ, ਇਹ ਆਵਾਜ਼ ਸੁਣ ਕੇ ਬਾਹਰ ਆਇਆ। ਮੋਕੋ ਦੇਖਤ ਹਰਖਿਓ ਤਬ ਹੀ, ਮੈਨੂੰ ਦੇਖ ਕੇ ਜਿਹੜਾ ਸ਼ਹਿਜ਼ਾਦਾ ਸੀ ਬੜਾ ਪ੍ਰਸੰਨ ਹੋਇਆ। ਲਖਿਓ ਕੇ ਮਾਮਾ ਪਿਤ ਆਵਹਿ ਅਬ ਹੀ, ਭਾਈ ਸ਼ਹਿਜ਼ਾਦੇ ਨੇ ਸੋਚਿਆ ਕਿ ਭਾਈ ਬਾਲਾ ਇਹ ਨਗਰ ਵਿੱਚ ਆਏ ਨੇ, ਇਹਨਾਂ ਦੇ ਨਾਲ ਹੀ ਮੇਰਾ ਪਿਤਾ ਭਾਈ ਮਰਦਾਨਾ ਉਹ ਗਏ ਨੇ ਤੇ ਅੱਬਾ ਮਰਦਾਨਾ ਜਿਹੜਾ ਉਹ ਇਹਨਾਂ ਦੇ ਨਾਲ ਹੀ ਵਾਪਸ ਆਇਆ ਹੋਵੇਗਾ। ਇਸ ਕਰਕੇ ਭਾਈ ਬਾਲਾ ਜੀ ਕਹਿੰਦੇ, ਮੈਨੂੰ ਦੇਖ ਕੇ ਸ਼ਹਿਜ਼ਾਦਾ ਬੜਾ ਪ੍ਰਸੰਨ ਹੋਇਆ। ਹਿਤ ਕਰ ਉਰਮ ਹੈ ਪਗ ਲਪਟਾਵਾ, ਬੜੀ ਖੁਸ਼ੀ ਦੇ ਨਾਲ ਮੇਰੇ ਚਰਨਾਂ ਦੇ ਨਾਲ ਲਪਟ ਗਿਆ। ਦੇ ਅਸੀਸ ਮੈਂ ਬਚਨ ਅਲਾਵਾ, ਮੈਂ ਸ਼ਹਿਜ਼ਾਦੇ ਨੂੰ ਅਸੀਸ ਦਿੱਤੀ ਤੇ ਫਿਰ ਬਚਨ ਕਿਹਾ, ਸ੍ਰੀ ਗੁਰ ਵਹਿਰ ਹਕਾਰਤ ਤੋਹੀ, ਕਿ ਸ਼ਹਿਜ਼ਾਦੇ ਤੈਨੂੰ ਗੁਰੂ ਨਾਨਕ ਸਾਹਿਬ ਜੀ ਨਗਰ ਤੋਂ ਬਾਰ-ਬਾਰ ਬੈਠੇ ਨੇ, ਮਹਾਰਾਜ ਜੀ ਨੇ ਸੁਨੇਹਾ ਭੇਜਿਆ ਤੇ ਤੈਨੂੰ ਬੁਲਾ ਰਹੇ ਨੇ। ਲੈਨੇ ਹੇਤੂ ਪਠਾਇਓ ਮੋਹੀ, ਤੈਨੂੰ ਲੈਣ ਵਾਸਤੇ, ਨਾਲ ਲਿਜਾਣ ਵਾਸਤੇ ਸਤਿਗੁਰਾਂ ਨੇ ਮੈਨੂੰ ਭੇਜਿਆ ਹੈ। ਦੋਹਰਾ ਮਮ ਪਿਤ ਕੋ ਛੋੜਿਓ ਕਹਾ, ਭਾਈ ਮਰਦਾਨੇ ਦਾ ਪੁੱਤਰ ਭਾਈ ਸ਼ਹਿਜ਼ਾਦਾ ਭਾਈ ਬਾਲਾ ਜੀ ਤੋਂ ਪੁੱਛਦਾ ਹੈ ਕਿ ਇਹ ਤਾਂ ਦੱਸੋ ਕਿ ਮੇਰਾ ਪਿਤਾ ਉਹਨੂੰ ਕਿੱਥੇ ਛੱਡ ਕੇ ਆਏ ਹੋ? ਕਿਉਂ ਨਹਿ ਆਇਓ ਧਾਮ, ਕਿਉਂ ਨਹੀਂ ਮੇਰਾ ਪਿਤਾ ਤੁਹਾਡੇ ਨਾਲ ਆਪਣੇ ਘਰ ਦੇ ਵਿੱਚ ਆਇਆ? ਪ੍ਰਭ ਕਿਉਂ ਬੈਠੇ ਵਹਿਰਤ ਹੈ, ਨਾਲੇ ਇਹ ਵੀ ਦੱਸੋ ਕਿ ਸਤਿਗੁਰੂ ਨਗਰ ਤੋਂ ਬਾਹਰ ਕਿਉਂ ਬੈਠੇ ਹਨ? ਤਜ ਤਲਵੰਡੀ ਗ੍ਰਾਮ, ਇਹ ਨਗਰ ਜਿਹੜਾ ਤਲਵੰਡੀ ਹੈ ਉਹਨਾਂ ਦਾ ਆਪਣਾ ਨਗਰ ਹੈ ਤੇ ਨਗਰ 'ਚ ਕਿਉਂ ਨਹੀਂ ਪ੍ਰਵੇਸ਼ ਕਰਦੇ, ਨਗਰ ਵਿੱਚ ਕਿਉਂ ਨਹੀਂ ਆਏ? ਚਉਪਈ ਗੁਰਟਿਗ ਚਲਹੋ ਅਵਾਰ ਨਾ ਲਾਵੋ। ਭਾਈ ਬਾਲਾ ਜੀ ਕਹਿੰਦੇ, ਮੈਂ ਸ਼ਹਿਜ਼ਾਦੇ ਨੂੰ ਕਿਹਾ ਕਿ ਪੁੱਤਰ ਛੇਤੀ ਕਰੋ, ਤੁਹਾਨੂੰ ਗੁਰੂ ਸਾਹਿਬ ਬੁਲਾਉਂਦੇ ਨੇ, ਨਗਰ ਤੋਂ ਬਾਹਰ ਬੈਠੇ ਨੇ ਤੇ ਬਿਨਾਂ ਦੇਰੀ ਤੋਂ ਤੁਸੀਂ ਮੇਰੇ ਨਾਲ ਚੱਲੋ। ਸਭ ਹੀ ਉੱਤਰ ਤਿਨ ਤੇ ਪਾਵੋ, ਇਹ ਜਿਹੜੇ ਪ੍ਰਸ਼ਨ ਤੁਸੀਂ ਮੈਨੂੰ ਕਰ ਰਹੇ ਹੋ ਨਾ, ਤੁਹਾਡਾ ਪਿਤਾ ਕਿੱਥੇ ਹੈ, ਗੁਰੂ ਸਾਹਿਬ ਨਗਰ ਤੋਂ ਬਾਹਰ ਕਿਉਂ ਬੈਠੇ ਨੇ, ਇਹ ਸਾਰੇ ਪ੍ਰਸ਼ਨ ਗੁਰੂ ਸਾਹਿਬ ਜੀ ਨੂੰ ਕਰਿਓ ਤੇ ਇਹਦਾ ਉੱਤਰ ਸਤਿਗੁਰੂ ਦੇਣਗੇ। ਸ਼ਹਿਜ਼ਾਦੇ ਕੇ ਭਾਗ ਵਡੇਰੇ, ਭਾਈ ਸ਼ਹਿਜ਼ਾਦੇ ਦੇ ਵੱਡੇ ਭਾਗ ਹਨ। ਚਲਿਓ ਸੰਗ ਨਹਿ ਲਾਈ ਦੇਰੇ, ਕਹਿੰਦੇ ਵੱਡਿਆਂ ਭਾਗਾਂ ਵਾਲਾ ਭਾਈ ਸ਼ਹਿਜ਼ਾਦਾ ਭਾਈ ਮਰਦਾਨਾ ਜੀ ਦਾ ਪੁੱਤਰ, ਇਹ ਵੱਡਿਆਂ ਭਾਗਾਂ ਵਾਲਾ ਸੀ, ਬੜੀ ਛੇਤੀ ਮੇਰੇ ਨਾਲ ਚੱਲ ਪਿਆ। ਜਾਏ ਜਬ ਹੈ ਦਰਸ਼ਨ ਕੋ ਕੀਨੋ, ਜਦੋਂ ਨਗਰ ਤੋਂ ਬਾਰ-ਬਾਰ ਗਿਆ, ਖੂਹ ਦੇ ਉੱਤੇ ਪਹੁੰਚਿਆ,
ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ। ਚਰਣਾ ਬੁਝ ਮਹਿ ਸਿਰ ਤਰ ਦੀਨੋ। ਸਤਿਗੁਰਾਂ ਦੇ ਚਰਨਾਂ ਕਮਲਾਂ ਦੇ ਉੱਤੇ ਭਾਈ ਸ਼ਹਿਜ਼ਾਦੇ ਨੇ ਆਪਣਾ ਸਿਰ ਰੱਖਿਆ। ਸ੍ਰੀ ਗੁਰ ਤੇਹ ਕੋ ਗਿਰਾ ਅਲਾਈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਸ਼ਹਿਜ਼ਾਦੇ ਦੇ ਤਾਈਂ ਬਚਨ ਕਹੇ। ਤੋਹੇ ਤਾਤ ਕੀ ਬੈਸ ਬਿਹਾਈ। ਗੁਰਦੇਵ ਕਹਿਣ ਲੱਗੇ, ਪੁੱਤਰ ਸ਼ਹਿਜ਼ਾਦੇ, ਤੇਰੇ ਪਿਤਾ ਤੇਰੇ ਅੱਬਾ ਜਾਨ ਭਾਈ ਮਰਦਾਨੇ ਦੀ ਉਮਰ ਪੂਰੀ ਹੋ ਚੁੱਕੀ ਹੈ ਭਇਓ ਕਾਲ ਬਸ ਹਿਤ ਕੋ ਜਾਨ। ਅਤੇ ਉਹ ਅਕਾਲ ਚਲਾਣਾ ਕਰ ਗਏ ਹਨ। ਜਿਨ੍ਹਾਂ ਦਾ ਹੇਤੂ ਤੂੰ ਹੈ, ਜਿਨ੍ਹਾਂ ਦਾ ਪਿਆਰਾ ਤੂੰ ਹੈ, ਤੇਰਾ ਪਿਤਾ ਮਰਦਾਨਾ ਉਹ ਅਕਾਲ ਚਲਾਣਾ ਕਰ ਗਿਆ ਹੈ। ਜਹ ਖੁਰਮਾਪੁਰ ਅਹ ਮਹਾਨ। ਨਗਰ ਖੁਰਮਾ ਹੈ ਜਿਹੜਾ ਬਹੁਤ ਵੱਡਾ ਨਗਰ ਹੈ। ਤਵਾਰੀ ਖਾਲਸਾ ਵਾਲਿਆਂ ਨੇ ਅਫਗਾਨਿਸਤਾਨ ਦੇ ਵਿੱਚ ਕੁਰਮ ਸ਼ਹਿਰ ਦਰਸਾਇਆ ਹੈ। ਇੱਥੇ ਭਾਈ ਸੰਤੋਖ ਸਿੰਘ ਜੀ ਨੇ ਖੁਰਮਾ ਨਗਰ ਦੱਸਿਆ ਹੈ। ਮਹਾਰਾਜ ਕਹਿਣ ਲੱਗੇ, ਸ਼ਹਿਜ਼ਾਦੇ, ਤੇਰਾ ਅੱਬਾ ਖੁਰਮੇ ਸ਼ਹਿਰ ਦੇ ਵਿੱਚ ਜਿਹੜਾ ਵੱਡਾ ਨਗਰ ਹੈ, ਉਸ ਜਗ੍ਹਾ ਉਹਦੀ ਉਮਰ ਪੂਰੀ ਹੋ ਗਈ ਤੇ ਉਹ ਅਕਾਲ ਚਲਾਣਾ ਕਰ ਗਿਆ ਹੈ। ਤਹਲੇ ਚਲਨੋ ਅਬ ਤੁਜ ਤਾਈ। ਤੈਨੂੰ ਲੈਣ ਵਾਸਤੇ ਅਸੀਂ ਆਏ ਹਾਂ, ਤੈਨੂੰ ਉੱਥੇ ਲੈ ਕੇ ਜਾਵਾਂਗੇ। ਸੰਗ ਲੈਨ ਕੋ ਲੀਨ ਬੁਲਾਈ। ਤੈਨੂੰ ਆਪਣੇ ਨਾਲ ਲਿਜਾਣ ਵਾਸਤੇ ਬੁਲਾਇਆ ਹੈ। ਦੋਹਰਾ ਦੇਨੋ ਹਮਕੋ ਉਚਿਤ ਹੈ। ਹਾਂਜੀ, ਤੋ ਕੋ ਅਬ ਸਿਰ ਪਾਓ। ਗੁਰਦੇਵ ਕਹਿਣ ਲੱਗੇ, ਪੁੱਤਰ, ਹੁਣ ਅਸੀਂ ਤੈਨੂੰ ਸਿਰੋਂ ਪਾਉ ਦੇਣਾ ਚਾਹੁੰਦੇ ਹਾਂ। ਜਿਹੜਾ ਸਿਰੋਂ ਪਾਉ ਤੇਰੇ ਪਿਤਾ ਨੂੰ ਦਿੱਤਾ ਸੀ ਨਾ, ਉਹ ਸਿਰੋਂ ਪਾਉ ਅਸੀਂ ਹੁਣ ਤੈਨੂੰ ਦੇਣਾ ਹੈ। ਲੈਨੋ ਤੈ ਕਿਸ ਰੀਤ ਕੋ ਤੈਸੋ ਬਚਨ ਬਤਾਓ। ਦੱਸ ਤੂੰ ਕਿਸ ਰੀਤੀ ਦੇ ਨਾਲ ਉਹ ਬਖਸ਼ਿਸ਼ ਲੈਣੀ, ਕਿਉਂਕਿ ਭਾਈ ਮਰਦਾਨਾ ਇਸ ਇਤਿਹਾਸ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਨੂੰ ਸੁਲਤਾਨਪੁਰ ਦੀ ਧਰਤੀ ਤੇ ਪਹਿਲੀ ਵਾਰ ਮਿਲੇ। ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਜਜਮਾਨ, ਮੈਂ ਬੇਦੀ ਬੰਸ ਦਾ ਮਰਾਸੀ ਹਾਂ ਤੇ ਮੇਰੀ ਝੋਲੀ ਦੇ ਵਿੱਚ ਖੈਰ ਪਾਓ। ਤੇ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਸੰਨ ਹੋ ਕੇ ਕਿਹਾ ਸੀ, ਮਰਦਾਨਿਆਂ, ਸਾਡਾ ਤੇਰੇ ਨਾਲ ਕੰਮ ਹੈ। ਤੇ ਗੁਰਦੇਵ, ਮੇਰੇ ਨਾਲ ਕੰਮ? ਮਹਾਰਾਜ ਕਹਿਣ ਲੱਗੇ, ਹਾਂ, ਦੱਸ ਤੂੰ ਸਾਡਾ ਸਾਥ ਦੇਵੇਂਗਾ, ਸਾਡੇ ਨਾਲ ਰਹੇਗਾ? ਭਾਈ ਮਰਦਾਨਾ ਕਹਿਣ ਲੱਗੇ, ਮਹਾਰਾਜ, ਜੇ ਮੇਰੇ ਘਰ ਦੀ ਸਾਰ ਤੁਸੀਂ ਲਓ ਤੇ ਮੈਂ ਬਿਲਕੁਲ ਤੁਹਾਡੇ ਨਾਲ ਹੀ ਰਹਾਂਗਾ। ਤੇ ਗੁਰਦੇਵ ਨੇ ਪ੍ਰਸੰਨ ਹੋ ਕੇ ਆਪਣੀ ਇੱਕ ਪੁਸ਼ਾਕ ਭਾਈ ਮਰਦਾਨੇ ਦੇ ਗਲ ਪਵਾ ਦਿੱਤੀ। ਮਹਾਰਾਜ ਕਹਿਣ ਲੱਗੇ, ਮਰਦਾਨਿਆਂ, ਅੱਜ ਤੋਂ ਤੂੰ ਸਾਡਾ ਹੈ ਤੇ ਸਾਡੀ ਪੁਸ਼ਾਕ ਪਾ ਕੇ ਅੱਜ ਤੋਂ ਬਾਅਦ ਕਿਸੇ ਹੋਰ ਤੋਂ ਮੰਗਣਾ ਨਹੀਂ। ਗਲ ਸਿਰੋਂ ਪਾਉ ਦਿੱਤਾ। ਗੁਰਦੇਵ ਨੇ ਕਿਹਾ ਕਿ ਤੈਨੂੰ ਤੰਤੀ ਸਾਜ ਦੀ ਵਿੱਦਿਆ ਜਿਹੜੀ ਹੈ ਉਹ ਅੱਜ ਅਸੀਂ ਦੇਨੇ। ਤੇ ਮਹਾਰਾਜ, ਮੇਰੇ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲੇਗਾ? ਗੁਰਦੇਵ ਕਹਿਣ ਲੱਗੇ, ਮਰਦਾਨਿਆਂ, ਜਿਹੜਾ ਕਰਤਾਰ ਦੀ ਯਾਦ ਦੇ ਵਿੱਚ ਜੁੜਦਾ ਹੈ, ਉਹ ਕਰਤਾਰ ਪ੍ਰਭੂ ਸਾਰਿਆਂ ਦੀ ਸਾਰ ਲੈਂਦਾ ਹੈ। ਇਸੇ ਤਰ੍ਹਾਂ ਮਹਾਰਾਜ ਸ਼ਹਿਜ਼ਾਦੇ ਨੂੰ ਕਹਿਣ ਲੱਗੇ, ਗੁਰਦੇਵ ਕਹਿੰਦੇ, ਪੁੱਤਰ, ਅੱਜ ਅਸੀਂ ਤੈਨੂੰ ਸਿਰੋਂ ਪਾਉ ਦੇਣ ਆਏ ਹਾਂ। ਦੱਸ ਤੂੰ ਇਹ ਸਿਰੋਂ ਪਾਉ ਕਿਸ ਤਰ੍ਹਾਂ ਲੈਣਾ ਹੈ? ਚਉਪਈ ਸੁਨ ਸਹਜਾਦੇ ਹਿਰਦੈ ਵਿਚਾਰੀ। ਸੁਣ ਕੇ ਮਹਾਰਾਜ ਜੀ ਦਾ ਇਹ ਬਚਨ ਭਾਈ ਮਰਦਾਨੇ ਦੇ ਪੁੱਤਰ ਸ਼ਹਿਜ਼ਾਦੇ ਨੇ ਆਪਣੇ ਹਿਰਦੇ 'ਚ ਵਿਚਾਰ ਕੀਤੀ। ਸ੍ਰੀ ਪ੍ਰਭ ਸੋ ਪੁਨ ਗਿਰਾ ਉਚਾਰੀ। ਕਹਿਣ ਲੱਗਾ, ਮਹਾਰਾਜ ਜੀ ਦੇ ਤਾਈ, ਪਿਤ ਮੇਰੇ ਕੋ ਦੀਨੋ ਜੈਸੇ। ਸਤਿਗੁਰੂ, ਜੇ ਤਰੁੱਠੇ ਹੋ ਨਾ, ਫਿਰ ਇਹ ਕਿਰਪਾ ਕਰੋ, ਜਿਸ ਤਰ੍ਹਾਂ ਮੇਰੇ ਪਿਤਾ ਨੂੰ ਤੁਸੀਂ ਸਿਰੋਂ ਪਾਉ ਦਿੱਤਾ ਹੈ, ਕਿਰਪਾ ਧਾਰ ਦੀਜੈ ਮੁਝ ਤੈਸੇ। ਵੈਸੀ ਹੀ ਕਿਰਪਾ ਜਿਹੜੀ ਮੇਰੇ ਤੇ ਕਰੋ, ਕਿਰਪਾ ਕਰਕੇ ਮੇਰੇ ਗਾਲ ਉਹ ਸਿਰੋਂ ਪਾਉ ਪਾ ਦਿਓ। ਤੇ ਜਿਹੜੀ ਬਖਸ਼ਿਸ਼ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨੇ ਤੇ ਕੀਤੀ, ਕਿਉਂਕਿ ਗੁਰੂ ਸਾਹਿਬ ਜੀ ਦੇ ਨਾਲ ਜੁੜਨ ਕਰਕੇ ਹੀ ਮਰਦਾਨੇ ਨਾਲ ਭਾਈ ਸ਼ਬਦ ਜੁੜਿਆ ਹੈ। ਸੰਗਤ ਜੀ, ਭਾਈ ਮਰਦਾਨੇ ਦਾ ਸਤਿਕਾਰ ਭਾਈ ਗੁਰਦਾਸ ਜੀ ਦੀ ਵਾਰਾਂ ਦੇ ਵਿੱਚ ਆਪਾਂ ਪੜ੍ਹਦੇ ਹਾਂ। ਜਦੋਂ ਭਾਈ ਗੁਰਦਾਸ ਜੀ ਨੂੰ ਕਾਂਸ਼ੀ ਦੇ ਪੰਡਤਾਂ ਨੇ ਸਵਾਲ ਕੀਤਾ ਸੀ ਕਿ ਇਹ ਗੱਲ ਠੀਕ ਹੈ ਕਿ ਗੁਰੂ ਨਾਨਕ ਸਾਹਿਬ ਜੀ ਬੇਦੀ ਬੰਸ ਵਿੱਚੋਂ ਹੋਏ, ਅਸੀਂ ਵੀ ਉਹਨਾਂ ਨੂੰ ਗੁਰੂ ਮੰਨਣ ਨੂੰ ਤਿਆਰ, ਪਰ ਸਾਡੇ ਕੋਲੇ ਗੱਲ ਨਹੀਂ ਮੰਨੀ ਜਾਂਦੀ ਕਿ ਇੱਕ ਮਰਾਸੀ ਬੰਸ ਦਾ ਮਨੁੱਖ ਬੇਦੀ ਬੰਸ ਵਾਲਾ ਆਪਣੇ ਨਾਲ ਇੰਨੇ ਸਾਲ ਰੱਖੇ। ਭਾਈ ਗੁਰਦਾਸ ਜੀ ਨੇ ਉੱਤਰ ਦਿੱਤਾ ਸੀ, ਪ੍ਰਮਾਣ ਉਹਨਾਂ ਨੇ ਲੈਲਾ ਤੇ ਮਜਨੂ ਦਾ ਦਿੱਤਾ ਹੈ। ਲੈਲਾ ਦੀ ਦਰਗਾਹ ਦਾ ਕੁੱਤਾ ਮਜਨੂ ਦੇਖ ਲੁਭਾਣਾ,
ਕੁੱਤੇ ਦੀ ਪੈਰੀ ਪਵੈ ਹੜ ਹੜ ਹੱਸਾ ਲੋਕ ਵਿਡਾਣ। ਕਹਿੰਦੇ ਜੇ ਮਜਨੂੰ ਲੈਲਾ ਦੇ ਦਰਗਾਹ ਚੋਂ ਕੁੱਤਾ ਨਿਕਲਿਆ ਤੇ ਉਹਦੇ ਪੈਰੀ ਪਿਆ, ਵੇਖਣ ਵਾਲਿਆਂ ਨੇ ਕਿਹਾ ਕਿ ਇਹਦੀ ਮੱਤ ਮਾਰੀ ਗਈ, ਪਰ ਮਜਨੂੰ ਦਾ ਉੱਤਰ ਸੀ, ਕਹਿਣ ਲੱਗਾ ਕਿ ਮੈਂ ਕੁੱਤੇ ਦੀਆਂ ਨਜ਼ਰਾਂ ਵਿੱਚੋਂ ਆਪਣੇ ਮਹਿਬੂਬ ਦੇ ਦੀਦਾਰ ਕੀਤੇ, ਤਾਂ ਕਰਕੇ ਉਹਦੇ ਪੈਰੀ ਪਿਆ। ਤੇ ਭਾਈ ਗੁਰਦਾਸ ਜੀ ਨੇ ਉੱਤਰ ਦਿੱਤਾ ਸੀ, ਉਹ ਭਾਈ ਮਰਦਾਨਾ ਜਿਨ੍ਹਾਂ ਅੱਧੀ ਸਦੀ ਤੋਂ ਵੀ ਵੱਧ ਗੁਰੂ ਨਾਨਕ ਸਾਹਿਬ ਜੀ ਦੇ ਇਹਨਾਂ ਅੱਖਾਂ ਨਾਲ ਦੀਦਾਰ ਕੀਤੇ ਹੋਣ, ਅਸੀਂ ਵੀ ਉਹਨਾਂ ਦੇ ਚਰਨਾਂ ਦੇ ਉੱਤੇ ਸਜਦਾ ਕਰਦੇ ਹਾਂ। ਇਹ ਮਾਣ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚੋਂ ਭਾਈ ਮਰਦਾਨੇ ਨੂੰ ਮਿਲਿਆ ਹੈ। ਹੁਣ ਭਾਈ ਮਰਦਾਨੇ ਦੇ ਪੁੱਤਰ ਦੇ ਤਾਈਂ ਵੀ ਸਤਿਗੁਰਾਂ ਨੇ ਉਹ ਬਖਸ਼ਿਸ਼ਾਂ ਕੀਤੀਆਂ। ਭਾਈ ਸ਼ਹਿਜ਼ਾਦਾ ਜੀ ਕਹਿਣ ਲੱਗੇ, ਮਹਾਰਾਜ ਜਿਹੜੀ ਬਖਸ਼ਿਸ਼ ਤੁਸੀਂ ਪਿਤਾ ਤੇ ਕੀਤੀ ਸੀ ਨਾ, ਕਿਰਪਾ ਧਾਰ ਦੀਜੀਏ ਮੁਝ ਤੈਸੇ, ਵੈਸੀ ਹੀ ਕਿਰਪਾ ਮੇਰੇ ਤੇ ਕਰੋ, ਉਹ ਸਿਰ ਉਪਾਓ ਮੇਰੇ ਗਲ ਪਾ ਦਵੋ। ਤੇਰੇ ਪਿਤਾ ਜਾਚ ਕੈ ਲੀਨੋ। ਗੁਰਦੇਵ ਕਹਿੰਦੇ, ਸ਼ਹਿਜ਼ਾਦੇ ਤੇਰੇ ਪਿਤਾ ਮਰਦਾਨੇ ਨੇ ਤਾਂ ਮੰਗ ਕੇ ਬਖਸ਼ਿਸ਼ ਲਈ ਸੀ, ਅਗਨ ਦਾਹ ਤੇ ਕੋ ਹਮ ਦੀਨੋ। ਤੇ ਸਾਡੇ ਕੋਲ ਉਹਨੇ ਮੰਗ ਕੀਤੀ ਸੀ ਕਿ ਸਾਡਾ ਸੰਸਕਾਰ ਹੱਥੀਂ ਕਰਿਓ। ਅਸੀਂ ਤੇਰੇ ਪਿਤਾ ਮਰਦਾਨੇ ਦਾ ਬਚਨ ਮੰਨਿਆ, ਉਹਦਾ ਸੰਸਕਾਰ ਹੱਥੀਂ ਕੀਤਾ ਹੈ। ਤੂੰ ਅਬ ਚੱਲ ਰਹੀਏ ਤੇ ਥਾਨਾ। ਚੱਲ ਹੁਣ ਤੂੰ ਸਾਡੇ ਨਾਲ, ਤੇ ਜਿਹੜਾ ਉਹ ਥਾਂ ਹੈ ਜਿੱਥੇ ਤੇਰੇ ਪਿਤਾ ਨੇ ਸਰੀਰ ਛੱਡਿਆ ਹੈ, ਜਿੱਥੇ ਉਹਦਾ ਸੰਸਕਾਰ ਕੀਤਾ ਹੈ, ਉਸ ਨਗਰ ਵਿੱਚ ਤੈਨੂੰ ਲੈ ਕੇ ਚੱਲੀਏ। ਮਰਦਾਨੇ ਕੇ ਹੋਏ ਸਮਾਨਾ। ਤੇ ਤੇਰਾ ਵੀ ਮਾਨ ਸਨਮਾਨ ਜਿਹੜੀ ਹੈ ਬਖਸ਼ਿਸ਼, ਉਹ ਭਾਈ ਮਰਦਾਨੇ ਦੇ ਸਮਾਨ ਤੇਰੇ ਲੋਕ ਕਰਨਗੇ। ਹੋਵੇ ਤਹਾਂ ਮਹਾਨ ਪ੍ਰਕਾਸ਼ਾ। ਉਸ ਨਗਰ ਦੇ ਵਿੱਚ ਤੇਰਾ ਮਹਾਨ ਪ੍ਰਕਾਸ਼ ਹੋਵੇਗਾ, ਬਹੁਤਾ ਜਸ ਹੋਵੇਗਾ। ਬਸੋ ਸਦਾ ਕਰ ਆਪਨ ਆਵਾਸਾ। ਆਪਣੇ ਘਰ ਸਦਾ ਵਾਸਤੇ ਉੱਥੇ ਬਣਾ ਕੇ ਰਹਿਣਾ ਕਰ। ਮਨ ਜਿਉ ਮਨ ਹਵੈ ਕਰੀਐ ਤੈਸੇ। ਬਾਕੀ ਜਿਸ ਤਰ੍ਹਾਂ ਤੇਰੇ ਮਨ ਨੂੰ ਚੰਗਾ ਲੱਗੇ ਉਸੇ ਤਰ੍ਹਾਂ ਕਰੀ। ਹਮਰੇ ਹਿਰਦੇ ਵਿਖੈ ਹੈ ਐਸੇ। ਸਾਡੇ ਹਿਰਦੇ ਵਿੱਚ ਤਾਂ ਇਹੋ ਵਿਚਾਰ ਹੈ ਕਿ ਜਿੱਥੇ ਤੇਰਾ ਪਿਤਾ ਦਾ ਚਲਾਣਾ ਹੋਇਆ, ਜਿੱਥੇ ਉਹਦਾ ਸੰਸਕਾਰ ਹੋਇਆ, ਸੰਗਤ ਜੀ ਭਾਈ ਮਨੀ ਸਿੰਘ ਜੀ ਨੇ ਵੈਸੇ ਇਹ ਜਿਹੜਾ ਟਿਕਾਣਾ ਹੈ ਕਰਤਾਰਪੁਰ ਦੇ ਇਲਾਕੇ ਦਾ ਲਿਖਿਆ ਹੈ। ਭਾਈ ਮਨੀ ਸਿੰਘ ਲਿਖਦੇ ਨੇ ਕਿ ਇੱਥੇ ਉਹ ਸਰੀਰ ਛੱਡਦੇ ਨੇ। ਭਾਈ ਕਾਨ ਸਿੰਘ ਨਾਭਾ ਤਵਾਰੀ ਖਾਲਸਾ ਵਾਲੇ ਲਿਖਦੇ ਨੇ ਗੁਰਮਸ਼ਹਿਰ, ਤੇ ਭਾਈ ਸੰਤੋਖ ਸਿੰਘ ਨੇ ਖੁਰਮਾ ਨਗਰ ਲਿਖਿਆ ਹੈ। ਰਹੋ ਵਿਚਾਰ। ਮਹਾਰਾਜ ਕਹਿੰਦੇ ਜਿੱਥੇ ਤੇਰੇ ਪਿਤਾ ਦਾ ਚਲਾਣਾ ਹੋਇਆ, ਜਿੱਥੇ ਸੰਸਕਾਰ ਹੱਥੀਂ ਕੀਤਾ ਹੈ, ਸਾਡੀ ਤਾਂ ਇੱਛਾ ਇਹੋ ਹੈ ਕਿ ਉੱਥੇ ਤੂੰ ਆਪਣਾ ਘਰ ਬਣਾ ਕੇ ਰਹਿ। ਤੇਰਾ ਜਿਹੜਾ ਮਾਨ ਸਨਮਾਨ ਅਦਬ ਤੇਰੇ ਪਿਤਾ ਵਰਗਾ ਹੋਵੇਗਾ। ਹੱਥ ਜੋੜ ਤਿਨ ਬਿਨੈ ਉਚਾਰੀ। ਹੱਥ ਜੋੜ ਕੇ ਭਾਈ ਸ਼ਹਿਜ਼ਾਦਾ ਸਤਿਗੁਰਾਂ ਨੂੰ ਬੇਨਤੀ ਕਰਨ ਲੱਗਾ, ਮੈਂ ਰਾਵਰ ਨਿਤ ਅਨਸਾਰੀ। ਸਤਿਗੁਰੂ ਜੀ ਮੈਂ ਤਾਂ ਆਪ ਜੀ ਦੀ ਆਗਿਆ ਦੇ ਅਨੁਸਾਰ ਹਾਂ। ਜੈਸੋ ਪਿਤਾ ਤੁਮਾਰੋ ਦਾਸੂ। ਜਿਸ ਤਰ੍ਹਾਂ ਮੇਰਾ ਪਿਤਾ ਅੱਬਾ ਮਰਦਾਨਾ ਤੁਹਾਡਾ ਦਾਸ ਸੀ, ਤੁਹਾਡਾ ਸੇਵਕ ਸੀ, ਤੈਸੇ ਮੁਝ ਜਾਨੋ ਸੁਖ ਰਾਸੂ। ਐ ਸੁੱਖਾਂ ਦੀ ਖਾਣ ਸਤਿਗੁਰੂ, ਇਸੇ ਤਰ੍ਹਾਂ ਮੈਨੂੰ ਵੀ ਆਪਣਾ ਸੇਵਕ ਜਾਣੋ। ਤਾ ਪ੍ਰਭ ਚਲੇ ਸੰਗ ਲੈ ਤਾਹੀ। ਇਹ ਬਚਨ ਸੁਣ ਕੇ ਸਤਿਗੁਰੂ ਜੀ ਨੇ ਭਾਈ ਮਰਦਾਨੇ ਦੇ ਪੁੱਤਰ ਨੂੰ ਨਾਲ ਲਿਆ, ਸ਼ਹਿਜ਼ਾਦੇ ਨੂੰ, ਤੇ ਸਤਿਗੁਰੂ ਤਲਵੰਡੀ ਨਗਰ ਤੋਂ ਚੱਲ ਪਏ ਹਨ। ਪਹੁੰਚੇ ਨਗਰ ਤੁਲੰਬੇ ਮਾਹੀ। ਚਲਦਿਆਂ ਚਲਦਿਆਂ ਸਤਿਗੁਰੂ ਤੁਲੰਬੇ ਨਗਰ 'ਚ ਪਹੁੰਚ ਗਏ। ਸੰਗਤ ਜੀ ਇਹ ਤੁਲੰਬਾ ਨਗਰ ਭਾਈ ਵੀਰ ਸਿੰਘ ਜੀ ਦੀ ਲਿਖਤ ਅਨੁਸਾਰ ਮੁਲਤਾਨ ਜ਼ਿਲ੍ਹੇ ਦਾ ਇੱਕ ਨਗਰ ਹੈ, ਜਿੱਥੋਂ ਦਾ ਰਹਿਣ ਵਾਲਾ ਸੀ ਸੱਜਣ ਠੱਗ। ਇਸ ਤੁਲੰਬੇ ਨਗਰ ਵਿੱਚ ਸਤਿਗੁਰੂ ਪਹੁੰਚੇ ਹਨ। ਹਾਂਜੀ, ਰਹੇ ਤਹਾਂ ਇੱਕ ਸੱਜਣ ਬੰਚਕ। ਇਸ ਤੁਲੰਬੇ ਨਗਰ ਦੇ ਵਿੱਚ ਇੱਕ ਸੱਜਣ ਨਾਮ ਦਾ ਠੱਗ ਰਹਿੰਦਾ ਸੀ। ਵੇਖ ਬੈਸਨੋ ਦਇਆ ਨਰੰਚਕ। ਜਿਸ ਸੱਜਣ ਨੇ ਆਪਣੇ ਤਨ ਦੇ ਉੱਤੇ ਵੈਸ਼ਨੂਆਂ ਵਾਲੇ ਵਸਤਰ ਧਾਰਨ ਕੀਤੇ ਸੀ, ਧਰਮੀਆਂ ਵਾਲਾ ਲਿਬਾਸ ਜਿਹੜਾ ਸੀ ਆਪਣਾ ਬਣਾਇਆ ਹੋਇਆ ਸੀ, ਪਰ ਇਹਦਾ ਲਿਬਾਸ ਹੀ ਕੇਵਲ ਧਰਮੀਆਂ ਵਾਲਾ ਸੀ। ਇਹਦੇ ਅੰਦਰ ਰੰਚਕ ਮਾਤਰ ਥੋੜੀ ਜਿੰਨੀ ਵੀ ਦਇਆ ਨਹੀਂ ਸੀ, ਥੋੜਾ ਜਿਹਾ ਵੀ ਇਹਦੇ ਅੰਦਰ ਤਰਸ ਨਹੀਂ ਸੀ। ਬਹੁ ਮੋਲੇ ਤਨ ਚੀਰ ਹੰਡਾਈ। ਹਾਂਜੀ, ਬਹੁ ਮੋਲੇ ਤਨ ਚੀਰ ਹੰਡਾਈ। ਬੜੇ ਕੀਮਤੀ ਵਸਤਰ ਜਿਹੜੇ ਸੀ ਇਹ ਸੱਜਣ ਠੱਗ ਆਪਣੇ ਤਨ ਤੇ ਪਹਿਨਦਾ ਸੀ। ਪੁਰ ਟਿਕ ਬੈਠ ਗਏ ਜਗ ਸਾਈ। ਜਗਤ ਦੇ ਮਾਲਕ ਸਤਿਗੁਰੂ ਸਾਰਿਆਂ ਦਾ ਉਦਾਰ ਕਰਤਾ ਇਸ ਸੱਜਣ ਠੱਗ ਰਹਿੰਦਾ ਹੈ ਨਗਰ ਤੁਲੰਬੇ ਦੇ ਵਿੱਚ, ਜਿਹੜਾ ਆਪਣੇ ਤਨ ਦੇ ਉੱਤੇ ਬੜੇ ਸੋਹਣੇ ਸੋਹਣੇ ਵਸਤਰ ਪਾਉਂਦਾ ਹੈ।
ਵੈਸ਼ਨੋਆਂ ਵਾਲੇ ਵਸਤਰ ਧਾਰਨ ਕੀਤੇ ਨੇ, ਪਰ ਅੰਦਰ ਕੋਈ ਦਇਆ ਨਹੀਂ ਸੀ, ਕੇਵਲ ਦਿਖਾਵਾ ਹੀ ਕਰਦਾ ਸੀ ਕਿ ਮੈਂ ਧਰਮੀ ਹਾਂ। ਇਸ ਤੋਂ ਲੰਬੇ ਨਗਰ ਤੋਂ ਬਾਰ-ਬਾਰ ਸਤਿਗੁਰੂ ਬਿਰਾਜਮਾਨ ਹੋਏ ਹਨ। ਸ਼ਹਿਜ਼ਾਦਾ ਲੈ ਆਇਸਪੁਰ ਮੈਂ, ਤੇ ਭਾਈ ਮਰਦਾਨੇ ਦੇ ਪੁੱਤਰ ਸ਼ਹਿਜ਼ਾਦੇ ਨੇ ਸਤਿਗੁਰਾਂ ਤੋਂ ਆਗਿਆ ਲਈ ਹੈ। ਗਮਨਿਓ ਲਾਗੀ ਸ਼ੁਦਾ ਉਦਰ ਮੈਂ, ਸਤਿਗੁਰਾਂ ਨੂੰ ਭਾਈ ਸ਼ਹਿਜ਼ਾਦਾ ਕਹਿਣ ਲੱਗਾ, ਮਹਾਰਾਜ ਮੈਨੂੰ ਆਗਿਆ ਦਿਓ, ਮੈਨੂੰ ਭੁੱਖ ਲੱਗੀ ਹੈ ਤੇ ਮੈਂ ਨਗਰ ਦੇ ਅੰਦਰ ਜਾਵਾਂ। ਜਾਏ ਤਹਾਂ ਧਰਮਸ਼ਾਲਾ ਦੇਖੀ, ਤੇ ਇਸ ਨਗਰ ਵਿੱਚ ਸਤਿਗੁਰਾਂ ਤੋਂ ਆਗਿਆ ਲੈ ਕੇ ਭਾਈ ਮਰਦਾਨੇ ਦਾ ਪੁੱਤਰ ਸ਼ਹਿਜ਼ਾਦਾ ਚਲਾ ਗਿਆ। ਜਦੋਂ ਨਗਰ ਦੇ ਅੰਦਰ ਪ੍ਰਵੇਸ਼ ਕਰਦਾ ਹੈ ਤੇ ਇੱਥੇ ਸੱਜਣ ਨਾਮ ਦੇ ਠੱਗ ਨੇ ਇੱਕ ਮਸੀਤ ਤੇ ਇੱਕ ਠਾਕੁਰ ਦੁਆਰਾ ਇਹ ਬਣਾਇਆ ਹੋਇਆ ਸੀ, ਕਿਉਂਕਿ ਹਰ ਧਰਮ ਵਾਲਾ, ਹਰ ਜਾਤੀ ਵਾਲਾ ਜਿਹੜਾ ਮਨੁੱਖ ਚੱਲ ਕੇ ਮੇਰੇ ਕੋਲ ਆਵੇ। ਇੱਦਾਂ ਅੱਜ ਵੀ ਕਈ ਠੱਗ ਬਣ ਕੇ ਬੈਠੇ ਆਪਣੇ ਡੇਰੇ ਖੋਲ ਕੇ, ਜਿਨ੍ਹਾਂ ਨੇ ਸਾਰੇ ਵਰਨਾਂ ਦੇ, ਸਾਰੇ ਧਰਮਾਂ ਦੇ ਆਪਣੇ ਨਾਮ ਨਾਲ ਜੋੜੇ ਹੋਏ ਕਿ ਅਸੀਂ ਜੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ, ਸਾਰੇ ਧਰਮਾਂ ਦੇ ਲੋਕ ਸਾਡੇ ਕੋਲ ਆਉਣ, ਪਰ ਅੰਦਰੋਂ ਹੈ ਉਹ ਠੱਗ ਨੇ। ਬਾਹਰੋਂ ਲਿਬਾਸ ਕੇਵਲ ਉਹਨਾਂ ਸੱਜਣਾ ਵਾਲੇ ਪਾਏ। ਉਹਨਾਂ ਠੱਗਾਂ ਦੇ ਫਿਰ ਜਦੋਂ ਉਹਨਾਂ ਦੀਆਂ ਪੋਲ ਖੁੱਲ੍ਹਦੀਆਂ ਨੇ, ਕੇਸ ਖੁੱਲ੍ਹਦੇ ਹਨ, ਤੇ ਫਿਰ ਉਹਨਾਂ ਦੀਆਂ ਕਰਤੂਤਾਂ ਸਾਹਮਣੇ ਆ ਹੀ ਜਾਂਦੀਆਂ ਨੇ। ਅੱਜ ਇਸ ਤਰ੍ਹਾਂ ਸੱਜਣ ਠੱਗ ਦੀ ਆਵੇਗੀ, ਇਸੇ ਤਰ੍ਹਾਂ ਸੱਜਣ ਠੱਗ ਨੇ ਇੱਕ ਮਸੀਤ ਬਣਾਈ ਸੀ ਛੋਟੀ ਜਿਹੀ, ਇੱਕ ਠਾਕੁਰ ਦੁਆਰਾ ਬਣਾਇਆ ਸੀ। ਸੱਜਣ ਜਿਸ ਮੈਂ ਅਗੀ ਵਸ਼ੇਖੀ, ਤੇ ਇਸ ਸੱਜਣ ਨਾਮ ਦਾ ਵੱਡਾ ਪਾਪੀ ਇੱਥੇ ਰਹਿੰਦਾ ਸੀ। ਨੀਕੀ ਬਿਦ ਸੋ ਕੀਨ ਦੁਆਏ, ਬੜੀ ਚੰਗੀ ਵਿਧੀ ਦੇ ਨਾਲ ਇੱਥੇ ਦੁਆ ਕਰਦਾ ਸੀ। ਸ਼ਹਿਜ਼ਾਦਾ ਬੈਠਿਓ ਟਿਕ ਜਾਏ, ਭਾਈ ਸ਼ਹਿਜ਼ਾਦਾ ਵੀ ਇਸ ਸੱਜਣ ਦੇ ਕੋਲ ਜਾ ਬੈਠਾ। ਸਾਦਰ ਸੋ ਸੱਜਣ ਬਚ ਕਹੀ, ਤੇ ਬੜੇ ਸਤਿਕਾਰ ਦੇ ਨਾਲ ਇਹ ਸੱਜਣ ਠੱਗ ਭਾਈ ਸ਼ਹਿਜ਼ਾਦੇ ਨੂੰ ਕਹਿਣ ਲੱਗਾ, ਆਵੋ ਭਾਈ ਕਹਤੈ ਰਹਿ ਆਈ। ਹਾਂ, ਭਾਈ ਸ਼ਹਿਜ਼ਾਦੇ ਨੂੰ ਸੱਜਣ ਠੱਗ ਕਹਿੰਦਾ, ਆਓ ਭਾਈ ਕਹਿ ਤੈਂ ਰਹੀ। ਪੁੱਛਦਾ ਹੈ ਕਿ ਦੱਸ ਤੂੰ ਕਿੱਥੇ ਰਹਿੰਦਾ ਹੈ। ਕੋ ਹੈ ਤੇਰੋ ਬਚਨ ਬਤਾਵੋ, ਇਹ ਵੀ ਦੱਸ ਕਿ ਤੇਰਾ ਜਿਹੜਾ ਵਰਨ ਕਿਹੜਾ ਹੈ, ਕਿਹੜੀ ਜਾਤੀ ਹੈ। ਜੇ ਕੋਈ ਕਹਿੰਦਾ ਸੀ ਮੁਸਲਮਾਨ ਆ ਤੇ ਉਹਦਾ ਉਸੇ ਤਰ੍ਹਾਂ ਅਦਬ ਕਰਨ ਲੱਗ ਪੈਣਾ ਕਿ ਤੂੰ ਮਸੀਤ ਦੇ ਵਿੱਚ ਆ ਜਾ, ਤੇ ਜੇ ਕਹਿਣਾ ਮੈਂ ਹਿੰਦੂ ਆ ਤੇ ਉਹਨੂੰ ਠਾਕੁਰ ਦੁਆਰੇ ਵੱਲ ਲੈ ਜਾਣਾ। ਇਸ ਤਰ੍ਹਾਂ ਇਹ ਠੱਗ ਦੇ ਕਾਰਨਾਮੇ ਸਨ। ਬਾਹਰੋਂ ਧਰਮੀਆਂ ਵਾਲਾ ਲਿਬਾਸ ਤੇ ਅੰਦਰ ਜਿਹੜਾ ਸੀ ਉਹ ਪਾਪ ਦੇ ਨਾਲ ਭਰਿਆ ਹੋਇਆ ਸੀ, ਬਿਰਤੀ ਪਾਪੀਆਂ ਵਾਲੇ ਸੀ। ਭਾਈ ਮਰਦਾਨੇ ਦੇ ਪੁੱਤਰ ਸ਼ਹਿਜ਼ਾਦੇ ਨੂੰ ਪੁੱਛਿਆ ਹੈ, ਕਹਿਣ ਲੱਗਾ ਕਿ ਦੱਸੋ ਭਾਈ ਕਿੱਥੋਂ ਆਏ ਹੋ। ਨਾਲੇ ਠੱਗਾਂ ਦੀ ਤਾਂ ਜ਼ਬਾਨ ਬੜੀ ਮਿੱਠੀ ਹੁੰਦੀ ਹੈ, ਇਹਨਾਂ ਦਾ ਤੇ ਕੰਮ ਜਿਹੜਾ ਲਿਬਾਸ ਵੀ ਸੋਹਣਾ ਤੇ ਜ਼ਬਾਨ ਵੀ ਮਿੱਠੀ। ਪੁੱਛਦਾ ਹੈ ਸ਼ਹਿਜ਼ਾਦੇ ਨੂੰ ਕਿ ਦੱਸੋ ਕਿੱਥੋਂ ਆਏ ਹੋ, ਤੁਹਾਡਾ ਵਰਨ ਕਿਹੜਾ ਹੈ, ਤੁਹਾਡੀ ਜਾਤੀ ਕਿਹੜੀ ਹੈ। ਕਿਤ ਤੇ ਆਇਓ ਕਿਤ ਕੋ ਜਾਵੋ, ਦੱਸੋ ਭਾਈ ਕਿੱਧਰੋਂ ਆਏ ਹੋ ਤੇ ਕਿੱਧਰ ਚੱਲੇ ਹੋ। ਜਾਤ ਮੇਰਾਸੀ ਜਨ ਹੋ ਮੇਰੀ, ਭਾਈ ਮਰਦਾਨੇ ਨੇ ਉੱਤਰ ਦਿੱਤਾ ਹੈ, ਕਹਿਣ ਲੱਗੇ ਕਿ ਮੇਰੀ ਜਿਹੜੀ ਜਾਤੀ ਹੈ ਉਹ ਮਿਰਾਸੀ ਦੀ ਹੈ। ਸਦਨ ਹਮਾਰੇ ਦੂਰ ਕਨੇਰੀ, ਤੇ ਸਾਡੇ ਜਿਹੜੇ ਘਰ ਹਨ ਉਹ ਬੜੇ ਦੂਰ ਨੇ। ਪੰਜਾਬ ਦੇ ਵਿੱਚ ਤਲਵੰਡੀ ਨਗਰ ਹੈ, ਉੱਥੋਂ ਦੇ ਅਸੀਂ ਰਹਿਣ ਵਾਲੇ ਹਾਂ। ਜਾਉ ਅਗਾਰੀ ਕਾਰਜ ਕੋਈ, ਸ਼ਹਿਜ਼ਾਦਾ ਜੀ ਕਹਿਣ ਲੱਗੇ ਕਿ ਅਸੀਂ ਅੱਗੇ ਚੱਲੇ ਹਾਂ ਕਿਸੇ ਕੰਮ। ਤੁਮ ਟਿਕ ਆਇਓ ਸ਼ੁਦਾ ਜੇ ਹੋਈ, ਤੇਰੇ ਕੋਲ ਅਸੀਂ ਤਾਂ ਆਏ ਹਾਂ, ਸਾਨੂੰ ਬੜੀ ਭੁੱਖ ਲੱਗੀ ਹੋਈ ਹੈ। ਸੱਜਣ ਕਹੈ ਆਹਾਰ ਕਨੇਰਾ, ਇਹ ਸੁਣ ਕੇ ਸੱਜਣ ਠੱਗ ਕਹਿਣ ਲੱਗਾ ਕਿ ਹਾਂ ਜੀ ਆਇਆਂ ਨੂੰ ਜੀ, ਆਓ ਤੁਹਾਡਾ ਅਸੀਂ ਸਤਿਕਾਰ ਕਰਦੇ ਹਾਂ। ਸਾਡੇ ਕੋਲ ਬਹੁਤ ਸਾਰਾ ਭੋਜਨ ਹੈ, ਬੜੇ ਸੋਹਣੇ ਪਕਵਾਨ ਅਸੀਂ ਤਿਆਰ ਕੀਤੇ ਨੇ ਰਾਹਗੀਰ ਲੋਕਾਂ ਵਾਸਤੇ। ਕੋ ਜਜਮਾਨ ਵਡਾਹੂ ਤੇਰਾ, ਤੇ ਇਹ ਵੀ ਦੱਸ ਕਿ ਤੇਰਾ ਜਿਹੜਾ ਜਜਮਾਨ ਕੌਣ ਹੈ, ਜਿਹਦਾ ਤੂੰ ਮਰਾਸੀ ਹੈ। ਜਾਂ ਕੋ ਅਹੈ ਮਿਰਾਸੀ ਐਸੋ, ਜਿਹਦਾ ਤੂੰ ਮਰਾਸੀ ਹੈ। ਦੇਖਿਆ ਕਿ ਬੜੇ ਸੋਹਣੇ ਪੋਸ਼ਾਕੇ ਧਾਰਨ ਕੀਤੇ ਨੇ, ਬੜਾ ਸੋਹਣਾ ਲਿਬਾਸ ਹੈ। ਤੇ ਜਿਹੜੇ ਅਮੀਰ ਲੋਕ ਸਨ, ਚੰਗੇ ਲਿਬਾਸ ਵਾਲੇ ਰਾਹਗੀਰ, ਉਹਨਾਂ ਨੂੰ ਇਹ ਜ਼ਿਆਦਾ ਠੱਗਦਾ ਸੀ। ਪੁੱਛਿਆ ਹੈ ਕਿ ਜਿਹਦਾ ਇਹ ਮਰਾਸੀ ਦਾ ਲਿਬਾਸ ਇੰਨਾ ਸੋਹਣਾ ਹੈ, ਤੇਰਾ ਜਜਮਾਨ ਕੌਣ ਹੈ, ਉਹ ਦੱਸ। ਮੁਝ ਤੇ ਵੱਡਾ ਕਿ ਲੰਘ ਕਹੋ ਤੈਸੋ, ਇਹ ਵੀ ਦੱਸ ਕਿ ਤੇਰਾ ਜਜਮਾਨ ਮੇਰੇ ਨਾਲੋਂ ਵੱਡਾ ਹੈ ਕਿ ਛੋਟਾ ਹੈ। ਸ਼ਹਿਜ਼ਾਦੇ ਸੁਨ ਬਚਨ ਬਖਾਨਾ, ਸੁਣ ਕੇ ਭਾਈ ਸ਼ਹਿਜ਼ਾਦਾ ਉੱਤਰ ਦਿੰਦੇ ਹਨ, ਹਮ ਤੁਮ ਤੇ ਮਮ ਪ੍ਰਭੂ ਮਹਾਨਾ। ਕਹਿਣ ਲੱਗੇ ਕਿ ਭਾਈ ਸਾਡੇ ਅਤੇ ਤੁਹਾਡੇ ਨਾਲੋਂ, ਮੇਰੇ ਅਤੇ ਤੇਰੇ ਨਾਲੋਂ ਮੇਰਾ ਜਿਹੜਾ ਜਜਮਾਨ ਹੈ ਨਾ,
ਉਹ ਬਹੁਤ ਵੱਡਾ ਹੈ, ਉਹ ਤਾਂ ਮਾਲਕ ਹੈ, ਉਹ ਤਾਂ ਪ੍ਰਭੂ ਆਪ ਹੈ। ਜੋ ਚਾਹੇ ਪੂਰਨ ਤਿਹ ਕਾਮਾ। ਜੋ ਵੀ ਉਹਨਾਂ ਕੋਲ ਭਾਵਨਾ ਲੈ ਕੇ ਜਾਂਦਾ ਹੈ, ਉਹ ਸਤਿਗੁਰੂ ਉਹਨਾਂ ਦੀ ਕਾਮਨਾ ਪੂਰੀ ਕਰਦੇ ਹਨ। ਛਤਰੀ ਕੁਲ ਸ੍ਰੀ ਨਾਨਕ ਨਾਮਾ। ਉਹਨਾਂ ਦਾ ਛਤਰੀ ਬੰਸ ਹੈ ਤੇ ਨਾਨਕ ਨਾਮ ਹੈ। ਸੱਜਣ ਆਪਣੇ ਨਰ ਸੋ ਕਹੀ। ਇਹ ਗੱਲ ਸੁਣ ਕੇ ਸੱਜਣ ਠੱਗ ਆਪਣੇ ਹੋਰ ਜਿਹੜੇ ਠੱਗ ਰੱਖੇ ਹੋਏ ਸਨ, ਉਹ ਜਿਹੜੇ ਏਜੰਟ ਰੱਖੇ ਹੁੰਦੇ ਨੇ ਅੱਗੇ, ਇਹਨੇ ਆਪਣੇ ਠੱਗਾਂ ਦੇ ਤਾਈਂ ਕਿਹਾ, ਵੱਡ ਪ੍ਰਭ ਕੋਸੋ ਮੇਰਾਸੀ ਅਹੀ। ਕਹਿਣ ਲੱਗੇ ਕਿ ਵੱਡੇ ਮਾਲਕ ਦੇ ਮਰਾਸੀ ਹਨ, ਸੇਵਾ ਕੀਜੈ ਅਦਕ ਬਣਾਈ। ਜਾਓ ਲੈ ਜਾਓ ਇਹਨਾਂ ਨੂੰ ਅੰਦਰ, ਤੇ ਅੰਦਰ ਜਾ ਕੇ ਇਹਨਾਂ ਦੀ ਬਣਾ ਕੇ ਸੇਵਾ ਕਰੋ, ਚੰਗੀ ਤਰ੍ਹਾਂ ਸੇਵਾ ਕਰੋ। ਜਿਸ ਪ੍ਰਕਾਰ ਹੈ ਉਰ ਹਰ ਖਾਈ। ਜਿਸ ਤਰ੍ਹਾਂ ਇਹਨਾਂ ਦਾ ਹਿਰਦਾ ਪ੍ਰਸੰਨ ਹੋ ਜਾਏ, ਉਸ ਤਰ੍ਹਾਂ ਇਹਨਾਂ ਦੀ ਖੁਸ਼ਾਮਦ ਕਰੋ। ਤਿਹ ਛਿਨ ਇੱਕ ਨਰ ਅਯੋ ਬੁਲਾਵਨ। ਇੰਨੇ ਚਿਰ ਦੇ ਵਿੱਚ ਇੱਕ ਮਨੁੱਖ ਆਇਆ, ਸੱਜਣ ਠੱਗ ਦਾ ਭੇਜਿਆ ਹੋਇਆ, ਤੇ ਭਾਈ ਸ਼ਹਿਜ਼ਾਦੇ ਨੂੰ ਆ ਕੇ ਕਹਿੰਦਾ ਸਾਡੇ ਨਾਲ ਚੱਲੋ। ਚਲੋ ਮੇਰਾਸੀ ਭੋਜਨ ਖਾਵਨ। ਚਲੋ ਤੁਸੀਂ ਸਾਡੇ ਨਾਲ ਅੰਦਰ, ਤੁਹਾਡੀ ਸੇਵਾ ਕਰੀਏ, ਤੁਹਾਨੂੰ ਚੰਗੇ ਚੰਗੇ ਪਕਵਾਨ ਖਵਾਈਏ। ਅੰਤਰ ਸਦਨ ਤਾਹੇ ਲੈ ਗਏ। ਇਸ ਤਰ੍ਹਾਂ ਭਾਈ ਸ਼ਹਿਜ਼ਾਦੇ ਨੂੰ ਬੜੇ ਪਿਆਰ ਦੇ ਨਾਲ, ਬੜੀ ਮਿੱਠੀ ਜ਼ੁਬਾਨ ਦੇ ਨਾਲ, ਬੜੇ ਸਤਿਕਾਰ ਦੇ ਨਾਲ, ਬੜਾ ਅਦਬ ਕੀਤਾ ਕਿ ਚਲੋ ਭਾਈ ਸਾਡੇ ਮਾਲਕ ਦਾ ਹੁਕਮ ਹੈ ਤੇ ਅੰਦਰ ਚੱਲ ਕੇ ਤੁਹਾਨੂੰ ਚੰਗੇ ਚੰਗੇ ਪਕਵਾਨ ਖਵਾਈਏ। ਇਸ ਤਰ੍ਹਾਂ ਭਾਈ ਸ਼ਹਿਜ਼ਾਦੇ ਨੂੰ ਆਪਣੇ ਨਾਲ ਲੈ ਗਿਆ। ਤ੍ਰੈ ਮਾਨਵ ਤਹ ਇਕਠਾ ਪਏ। ਤੇ ਅੰਦਰ ਜਾ ਕੇ ਤ੍ਰੈ ਮਾਨਵ ਤਹ ਇਕਠਾ ਪਏ, ਤਿੰਨ ਮਨੁੱਖ ਅੰਦਰ ਇਕੱਠੇ ਹੋ ਗਏ। ਦੋਹਰਾ ਗਹਿ ਸ਼ਹਿਜ਼ਾਦੇ ਕੀ ਤਬੇ। ਭਾਈ ਸ਼ਹਿਜ਼ਾਦੇ ਨੂੰ ਭੋਜਨ ਛਕਾਉਣ ਦੇ ਬਹਾਨੇ ਅੰਦਰ ਲੈ ਗਏ। ਤਿੰਨ ਬੰਦੇ ਇਕੱਠੇ ਹੋਏ ਤੇ ਭਾਈ ਸ਼ਹਿਜ਼ਾਦੇ ਨੂੰ ਫੜ ਲਿਆ। ਮੁਸ਼ਕਾਂ ਲਈ ਚੜਾਏ। ਇਹਨਾਂ ਦੀਆਂ ਮੁਸ਼ਕਾਂ ਜਿਹੜੀਆਂ ਸੀ ਉਹ ਬੰਨ ਲਈਆਂ। ਬਹੁ ਮੋਲੇ ਤਨ ਚੀਰ ਜੇ। ਬੜੇ ਕੀਮਤੀ ਵਸਤਰ ਭਾਈ ਸ਼ਹਿਜ਼ਾਦੇ ਨੇ ਆਪਣੇ ਤਨ ਤੇ ਪਹਿਨੇ ਸਨ। ਸਭ ਖਸ਼ੋਟ ਦੁਖਦਾਏ। ਦੁੱਖ ਦੇਣ ਵਾਲਿਆਂ ਨੇ ਸਾਰੇ ਚੰਗੇ ਚੰਗੇ ਵਸਤਰ ਭਾਈ ਸ਼ਹਿਜ਼ਾਦੇ ਦੇ ਉਤਾਰ ਲਏ। ਚਉਪਈ ਬਹੁਰੋ ਦੇ ਸ਼ਾਸਨਾ ਕਹੀ। ਫਿਰ ਕਹਿਣ ਲੱਗੇ ਕਿ ਤੈਨੂੰ ਅਸੀਂ ਹੋਰ ਤਾੜਨਾ ਦਵਾਂਗੇ, ਹੋਰ ਤੈਨੂੰ ਸਜ਼ਾ ਦਵਾਂਗੇ। ਤੁਮ ਟਿਗ ਔਰ ਵਸਤ ਜੋ ਅਹੀ। ਦੱਸ ਤੇਰੇ ਕੋਲ ਹੋਰ ਜੇ ਕੋਈ ਚੰਗੀ ਵਸਤੂ ਹੈ, ਜੇ ਹੋਰ ਤੇਰੇ ਕੋਲ ਧਨ ਦੌਲਤ ਹੈ ਤੇ ਉਹਦੇ ਬਾਰੇ ਵੀ ਦੱਸ। ਸੋ ਅਬ ਦੀਜੈ ਸਰਬ ਬਤਾਏ। ਉਹ ਸਾਰੀ ਵਸਤੂਆਂ ਸਾਨੂੰ ਸਾਡੇ ਤਾਈਂ ਦੱਸ ਦੇ। ਨਾਤਰ ਤੁਝ ਮਾਰੈ ਇਹ ਥਾਏ। ਨਹੀਂ ਤਾਂ ਤੈਨੂੰ ਇੱਥੇ ਹੀ ਜਾਨੋਂ ਮਾਰ ਦਾਂਗੇ, ਖਤਮ ਕਰ ਦਵਾਂਗੇ। ਭੀੜ ਭਈ ਸ਼ਹਿਜ਼ਾਦੇ ਜਬ ਹੀ। ਜਦ ਭਾਈ ਸ਼ਹਿਜ਼ਾਦੇ ਉੱਤੇ ਐਸੀ ਭੀੜ ਬਣੀ ਹੈ, ਜਦ ਇੰਨਾ ਔਖਾ ਸਮਾਂ ਭਾਈ ਸ਼ਹਿਜ਼ਾਦੇ ਤੇ ਬਣ ਗਿਆ। ਸ੍ਰੀ ਨਾਨਕ ਚਿਤ ਕੀਨੇ ਤਬ ਹੀ। ਫਿਰ ਭਾਈ ਸ਼ਹਿਜ਼ਾਦੇ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਹਿਰਦੇ ਕਰਕੇ ਮਨ ਦੇ ਨਾਲ ਸਤਿਗੁਰਾਂ ਨੂੰ ਯਾਦ ਕੀਤਾ। ਭਲੇ ਤਪਾ ਜੀ ਮੋਕੋ ਭੇਜਾ। ਮਨ ਹੀ ਮਨ ਭਾਈ ਸ਼ਹਿਜ਼ਾਦਾ ਕਹਿਣ ਲੱਗੇ, ਐ ਤਪਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਤਾਈਂ, ਭਲੇ ਤਪਾ ਜੀ ਮੋਕੋ ਭੇਜਾ। ਐ ਤਪਾ ਜੀ ਚੰਗਾ ਤੁਸੀਂ ਮੈਨੂੰ ਪਕਵਾਨ ਛਕਣ ਭੇਜਿਆ ਹੈ। ਹੋਤ ਵੱਡੋ ਦੁੱਖ ਫਟਤ ਕਰੇ ਜਾ। ਇੱਥੇ ਤਾਂ ਇੰਨਾ ਦੁੱਖ ਦੇ ਰਹੇ ਨੇ ਕਿ ਮੇਰਾ ਕਾਲਜਾ ਹੀ ਪਾੜ ਚੱਲਿਆ ਹੈ। ਭੁੱਲਿਓ ਹਿਰਦੈ ਵੈਸ਼ਨੋ ਦੇਖਾ। ਮੈਂ ਤਾਂ ਭੁੱਲ ਗਿਆ ਇਹਦਾ ਸਰੂਪ ਦੇਖ ਕੇ। ਆ ਜਿਹੜਾ ਸੱਜਣ ਠੱਗ ਨੇ ਆਪਣੇ ਤਨ ਤੇ ਲਿਬਾਸ ਧਾਰਨ ਕੀਤਾ ਹੈ ਨਾ, ਮੈਂ ਤਾਂ ਇਹਦਾ ਲਿਬਾਸ ਦੇਖ ਕੇ ਭੁੱਲ ਕੇ ਇਹਦੇ ਕੋਲ ਆ ਗਿਆ ਹਾਂ। ਨਹਿ ਜਾਣਤ ਹੈ ਅਗੀ ਬਸ਼ੇਖਾ। ਨਹੀਂ ਸੀ ਜਾਣਦਾ ਕਿ ਠੱਗ ਜਿਹੜਾ ਬਹੁਤ ਵੱਡਾ ਪਾਪੀ ਹੈ। ਸ਼ਹਿਜ਼ਾਦੇ ਕੀ ਸਭ ਬਿਦ ਜਾਨੀ। ਸਤਿਗੁਰਾਂ ਨੇ ਭਾਈ ਸ਼ਹਿਜ਼ਾਦੇ ਦੀ ਹਿਰਦੇ ਦੀ ਜਾਣ ਲਈ। ਪੂਰਾ ਹੈ ਨਾ ਸਤਿਗੁਰੂ। ਜਿੱਥੇ ਕੋਈ ਮਨ ਕਰਕੇ ਗੁਰੂ ਨੂੰ ਯਾਦ ਕਰੇ, ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ। ਜਿੱਥੇ ਸਤਿਗੁਰੂ ਜੀ ਨੂੰ ਭਾਈ ਮਰਦਾਨੇ ਨੇ ਯਾਦ ਕੀਤਾ, ਮਹਾਰਾਜ ਉੱਥੇ ਸਹਾਈ ਹੁੰਦੇ ਰਹੇ। ਅੱਜ ਭਾਈ ਸ਼ਹਿਜ਼ਾਦੇ ਤੇ ਭੀੜ ਬਣੀ। ਮਨ ਕਰਕੇ ਭਾਈ ਸ਼ਹਿਜ਼ਾਦਾ ਗੁਰੂ ਜੀ ਨੂੰ ਯਾਦ ਕਰਦਾ ਹੈ, ਸਤਿਗੁਰੂ ਚੰਗਾ ਤੁਸੀਂ ਮੈਨੂੰ ਪਕਵਾਨ ਖਾਣ ਭੇਜਿਆ ਹੈ, ਮੈਂ ਤਾਂ ਇਹ ਠੱਗ ਦਾ ਲਿਬਾਸ ਦੇਖ ਕੇ ਹੀ ਭੁੱਲ ਗਿਆ। ਹੁਣ ਮੇਰੇ ਤੇ ਬੜੀ ਭੀੜ ਬਣੀ ਹੈ, ਇਹ ਦੁੱਖ ਦੇ ਰਹੇ ਨੇ ਤਾਂ ਮੇਰਾ ਕਾਲਜਾ ਹੀ ਪਾਟ ਰਿਹਾ ਹੈ। ਇਹਦੇ ਹਿਰਦੇ ਦੀ ਸਤਿਗੁਰਾਂ ਨੇ ਜਾਣ ਲਈ ਹੈ। ਤੂਰਨ ਗਮਨ ਕੀਨ ਗੁਣ ਖਾਨੀ। ਗੁਣਾ ਦੀ ਖਾਨ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਛੇਤੀ ਨਾਲ ਚੱਲ ਪਏ ਨੇ। ਵੈਸਿਓ ਜਹਾਂ ਵੈਸ਼ਨੋ ਬਨ ਕੈ। ਜਿੱਥੇ ਸੱਜਣ ਠੱਗ ਵੈਸ਼ਨੋਆਂ ਵਾਲੇ ਵਸਤਰ ਧਾਰਨ ਕਰਕੇ ਧਰਮੀਆਂ ਵਾਲਾ ਲਿਬਾਸ ਇਹਨੇ ਤਨ ਤੇ ਧਾਰਨ ਕੀਤਾ ਸੀ। ਦਵਾਦਸ ਤਿਲਕ ਲਗਾਏ ਗਨ ਕੈ। 12 ਜਿਹੜੇ ਤਿਲਕ ਸੀ ਇਹਨੇ ਆਪਣੇ ਲਾਏ ਹੋਏ ਸਨ ਤਨ ਦੇ ਉੱਤੇ।
ਮੱਥੇ ਦੇ ਉੱਤੇ, ਗੱਲਾਂ ਤੇ, ਡੌਲਿਆਂ ਤੇ, ਛਾਤੀ ਤੇ ਇਸ ਤਰ੍ਹਾਂ ਜਿਹੜੇ 12 ਤਿਲਕ ਸੀ, ਇਹ ਸੱਜਣ ਠੱਗ ਨੇ ਆਪਣੇ ਸਰੀਰ ਤੇ ਲਾਏ ਹੋਏ ਸਨ। ਜਾਏ ਨਿਕਟ ਬੇਦੀ ਕੁਲ ਰਾਈ, ਬੇਦੀਆਂ ਦੇ ਕੋਲ ਦੇ ਰਾਈ ਰਾਜਾ ਸਰੂਪ ਸਤਿਗੁਰੂ ਇਸ ਦੇ ਕੋਲ ਪਹੁੰਚੇ ਨੇ। ਸ੍ਰੀ ਕਰਤਾਰ ਕਰਤਾਰ ਅਲਾਈ, ਗੁਰਦੇਵ ਸੱਜਣ ਠੱਗ ਦੇ ਕੋਲ ਜਾ ਕੇ ਸ਼੍ਰੀ ਕਰਤਾਰ ਇਹ ਬਚਨ ਗੁਰੂ ਜੀ ਨੇ ਜਾ ਕੇ ਕਿਹਾ ਹੈ। ਸੱਜਣ ਹਮਰੋ ਇੱਕ ਮੇਰਾਸੀ, ਸਤ ਕਰਤਾਰ ਕਹਿ ਕੇ ਸਤਿਗੁਰੂ ਕੋਲ ਪਹੁੰਚ ਗਏ। ਮਹਾਰਾਜ ਕਹਿੰਦੇ ਆ, ਸੱਜਣ ਸਾਡਾ ਇੱਕ ਮਰਾਸੀ, ਸੋ ਚਲ ਆਇਓ ਤੁਮਰੇ ਪਾਸੀ, ਸਾਡਾ ਇੱਕ ਮਰਾਸੀ ਚੱਲ ਕੇ ਤੇਰੇ ਕੋਲ ਆਇਆ ਹੈ। ਹਟ ਕੇ ਪੁਨ ਹਮ ਪਾਸ ਨ ਗਇਓ, ਫਿਰ ਤੇਰੇ ਕੋਲੋਂ ਵਾਪਸ ਮੁੜ ਕੇ ਉਹ ਸਾਡੇ ਕੋਲ ਨਹੀਂ ਪਹੁੰਚਿਆ। ਕੋ ਜਾਣੈ ਤੇ ਕੋ ਕਿਆ ਭਇਓ, ਹਾਂ ਤੂੰ ਜਾਣਦਾ ਹੈ ਕਿ ਉਹ ਕਿੱਧਰ ਗਿਆ ਹੈ, ਉਹਦੇ ਨਾਲ ਕੀ ਹੋਇਆ ਹੈ। ਸੱਜਣ ਕਹੈ ਨ ਆਇਓ ਕੋਈ, ਇਹ ਗੱਲ ਸੁਣ ਕੇ ਸੱਜਣ ਮੁੱਕਰ ਗਿਆ, ਕਿਉਂਕਿ ਹੁਣ ਡਰਦਾ ਵੀ ਸੀ ਕਿ ਦੋ ਮਨੁੱਖ ਹੋਰ ਆ ਗਏ ਤੇ ਮੇਰਾ ਕਿਤੇ ਪਾਜ ਨਾ ਉਗੜ ਜਾਏ। ਲੋਕਾਂ ਨੂੰ ਰਿਹਾਇਸ਼ ਵੀ ਰਾਤ ਦਿੱਤੀ ਹੋਣੀ, ਰਾਤ ਆਪਣੇ ਕੋਲ ਰੱਖਣਾ, ਉਹਨਾਂ ਦੀ ਸੇਵਾ ਕਰਨੀ ਤੇ ਰਾਤੋਂ ਰਾਤ ਉਹਨਾਂ ਦਾ ਮਾਲ ਜਿਹੜਾ ਸੀ ਉਹ ਲੁੱਟ ਲੈਣਾ, ਜਾਨੋਂ ਮਾਰ ਦੇਣਾ। ਜਦੋਂ ਗੁਰੂ ਜੀ ਨੇ ਜਾ ਕੇ ਪੁੱਛਿਆ, ਸੱਜਣ ਸਾਡਾ ਇੱਕ ਮਨੁੱਖ ਤੇਰੇ ਕੋਲ ਆਇਆ ਹੈ, ਉਹ ਵਾਪਸ ਨਹੀਂ ਪਰਤਿਆ, ਦੱਸ ਕਿੱਥੇ ਹੈ। ਜੇ ਆਵਤ ਹਮ ਟਿਗ ਹਵੈ ਸੋਈ, ਇਹ ਕਹਿਣ ਲੱਗਾ ਕਿ ਮੇਰੇ ਕੋਲ ਤਾਂ ਕੋਈ ਬੰਦਾ ਨਹੀਂ ਆਇਆ, ਜੇ ਕੋਈ ਆਇਆ ਵੀ ਹੁੰਦਾ ਤੇ ਮੇਰੇ ਕੋਲ ਹੀ ਹੋਣਾ ਸੀ, ਉਹਨੇ ਕਿੱਧਰ ਜਾਣਾ ਸੀ। ਸ੍ਰੀ ਗੁਰ ਕਹੈ ਕਰ ਆਇਓ ਤੋਹੀ, ਸਤਿਗੁਰੂ ਜੀ ਕਹਿਣ ਲੱਗੇ ਕਿ ਨਹੀਂ, ਸਾਡਾ ਜਿਹੜਾ ਬੰਦਾ ਆਇਆ ਸੀ ਉਹ ਤੇਰੇ ਘਰ ਹੀ ਹੋਵੇਗਾ। ਕੂਰ ਨ ਕਹੋ ਇਹਾਂ ਸੋ ਹੋਹੀ, ਕਿਉਂ ਝੂਠ ਬੋਲਦਾ ਹੈ, ਉਹ ਤਾਂ ਤੇਰੇ ਪਾਸ ਹੀ ਹੈ। ਸੁਨ ਸੱਜਣ ਪੁਨ ਬਚਨ ਬਖਾਨਾ, ਇਹ ਸੁਣ ਕੇ ਫੇਰ ਸੱਜਣ ਠੱਗ ਕਹਿਣ ਲੱਗਾ, ਤੁਮ ਪਿਖਿਅਤ ਹੋ ਸੰਤ ਮਹਾਨਾ, ਕਹਿਣ ਲੱਗਾ ਮਹਾਪੁਰਸ਼ੋ ਸੰਤ ਜੀ, ਤੁਹਾਡਾ ਬੜਾ ਸੋਹਣਾ ਲਿਬਾਸ ਹੈ, ਦੇਖਣ ਨੂੰ ਤੁਸੀਂ ਮਹਾਪੁਰਸ਼ ਸੰਤ ਲੱਗਦੇ ਹੋ। ਝੂਠ ਨ ਤੁਮ ਸੋ ਕਰੋ ਉਚਾਰੀ, ਦੱਸੋ ਕਿ ਸੰਤਾਂ ਦੇ ਨਾਲ ਕੋਈ ਝੂਠ ਬੋਲਦਾ ਹੈ। ਇਹ ਠੱਗਾਂ ਦੀ ਇਹ ਗੱਲ ਜ਼ੁਬਾਨ ਤੇ ਹੀ ਹੁੰਦੀ ਕਿ ਅਕਸਰ ਹੀ ਉਹਨਾਂ ਨੇ ਕਹਿਣਾ ਕਿ ਜੀ ਕਦੇ ਸੂਰਜ ਮੱਥੇ ਲੱਗਦਾ, ਕਦੇ ਬੱਤੀ ਮੱਥੇ ਲੱਗਦੀ ਹੈ, ਅਸੀਂ ਧਰਮ ਦੀ ਸਹੁੰ ਖਾਂਦੇ ਹਾਂ, ਅਸੀਂ ਝੂਠ ਨਹੀਂ ਬੋਲਦੇ, ਨਾਲੇ ਤੁਹਾਡੇ ਵਰਗਿਆਂ ਨਾਲ ਅਸੀਂ ਝੂਠ ਬੋਲ ਹੀ ਨਹੀਂ ਸਕਦੇ। ਪਰ ਠੱਗਾਂ ਦਾ ਤੇ ਕੰਮ ਹੀ ਝੂਠ ਬੋਲ ਕੇ ਚੱਲਦਾ ਹੈ। ਕੂੜ ਬੋਲ ਮੁਰਦਾਰ ਖਾਏ। ਅੱਗੋਂ ਇਹ ਕਹਿਣ ਲੱਗਾ ਕਿ ਦੇਖੋ ਤੁਸੀਂ ਸੰਤ ਹੋ, ਸੋਹਣਾ ਤੁਹਾਡਾ ਲਿਬਾਸ ਹੈ ਤੇ ਸੰਤਾਂ ਦੇ ਨਾਲ ਕਦੇ ਝੂਠ ਨਹੀਂ ਬੋਲ ਸਕਦੇ। ਨਹਿ ਪ੍ਰਤੀਤ ਤੋ ਲੇਹੋ ਨਿਹਾਰੀ, ਜੇ ਤੁਹਾਨੂੰ ਮੇਰੀ ਗੱਲ ਤੇ ਭਰੋਸਾ ਹੀ ਨਹੀਂ ਹੈ ਤੇ ਫਿਰ ਮੇਰੇ ਘਰ ਵਿੱਚ ਤੁਸੀਂ ਆਪ ਦੇਖ ਲਓ। ਗੁਰਮੁਝ ਸੋ ਕਹੈ ਜਾਵਹੁ ਬਾਲਾ, ਭਾਈ ਬਾਲਾ ਜੀ ਕਹਿੰਦੇ ਸਤਿਗੁਰਾਂ ਨੇ ਮੇਰੇ ਤਾਈਂ ਕਿਹਾ ਕਿ ਬਾਲੇ ਜਾ ਇਸ ਦੇ ਅੰਦਰ, ਕਰਹੁ ਬੈਸ਼ਨੋ ਕੋ ਮੁਖ ਕਾਲਾ, ਤੇ ਅੰਦਰ ਜਾ ਕੇ ਨਾ ਬਾਹਰ ਆ ਤੇ ਇਸ ਵੈਸ਼ਨਵ ਦਾ, ਇਸ ਸੱਜਣ ਦਾ ਮੂੰਹ ਕਾਲਾ ਕਰ। ਅੰਤਰ ਤੇ ਸਹਜਾਦਾ ਲਿਆਏ, ਜਾ ਕੇ ਅੰਦਰੋਂ ਸ਼ਹਿਜ਼ਾਦੇ ਨੂੰ ਬਾਹਰ ਲਿਆ। ਕਾਲਖ ਜਾ ਕੇ ਬਦਨ ਲਗਾਏ, ਇਹਦੇ ਮੂੰਹ ਦੇ ਉੱਤੇ ਕਾਲਕ ਲਾਈ ਜਾਵੇ। ਕਾਲਕ ਤੋਂ ਭਾਵ ਕਿ ਜਦੋਂ ਬੰਦਾ ਝੂਠ ਬੋਲਦਾ ਹੈ ਉਹਦਾ ਪਾਜ ਉਗੜ ਜਾਂਦਾ ਹੈ, ਤੇ ਇਸ ਤੋਂ ਵੱਡੀ ਹੋਰ ਕਾਲਕ ਕਿਹੜੀ ਹੁੰਦੀ। ਜਦੋਂ ਬੰਦੇ ਦੀ ਕਰਤੂਤ ਹੀ ਸਾਹਮਣੇ ਆ ਜਾਵੇ, ਬੰਦਾ ਪਾਪ ਤਾਂ ਕਰਦਾ ਹੈ, ਇੱਥੇ ਲੁਕਾ ਲਵੇਗਾ ਪਰ ਦਰਗਾਹ ਦੇ ਵਿੱਚ ਤਾਂ ਉਹ ਨਹੀਂ ਲੁਕਾਏ ਜਾ ਸਕਦੇ। ਉੱਥੇ ਤਾਂ ਸਾਰਾ ਕੁਝ ਸਾਹਮਣੇ ਆ ਹੀ ਜਾਣਾ ਹੈ। ਉੱਥੇ ਸੱਚੋ ਹੀ ਸੱਚ ਨਿਬੜੈ, ਚੁਣ ਵੱਖ ਕੱਢੈ ਜਜਮਾਲੇ। ਉਹਨਾਂ ਦੇ ਮੂੰਹ ਦੇ ਉੱਤੇ ਫਿਰ ਕਾਲਖ ਮੱਲੀ ਜਾਂਦੀ। ਭਾਵ ਮਹਾਰਾਜ ਕਹਿਣ ਲੱਗੇ ਜਾ ਭਾਈ ਬਾਲੇ ਤੇ ਅੰਦਰੋਂ ਸ਼ਹਿਜ਼ਾਦੇ ਨੂੰ ਬਾਹਰ ਲਿਆ ਤੇ ਇਹਦੇ ਮੂੰਹ ਦੇ ਉੱਤੇ ਕਾਲਕ ਮੱਲੀ ਜਾਵੇ। ਸੁਨਤ ਸਰੋਨ ਮਹਿ ਤੂਰ ਨ ਗਇਓ, ਭਾਈ ਬਾਲਾ ਜੀ ਕਹਿੰਦੇ ਸਤਿਗੁਰਾਂ ਦਾ ਇਹ ਬਚਨ ਸੁਣ ਕੇ ਮੈਂ ਛੇਤੀ ਨਾਲ ਸੱਜਣ ਠੱਗ ਦੇ ਅੰਦਰ ਗਿਆ। ਬੰਧਨ ਜੁਗਤ ਬਿਲੋਕਤ ਪਇਓ, ਉਹਦੇ ਅੰਦਰ ਜਾ ਕੇ ਦੇਖਿਆ ਤੇ ਭਾਈ ਸ਼ਹਿਜ਼ਾਦਾ ਬੰਧਨਾਂ ਦੇ ਵਿੱਚ ਪਾਇਆ ਹੋਇਆ, ਰੱਸਿਆਂ ਦੇ ਨਾਲ ਅੰਦਰ ਬੰਨਿਆ ਹੋਇਆ ਹੈ। ਮੁਕਤ ਕਰਿਓ ਸੋ ਲੀਨ ਉਠਾਈ, ਜਾ ਕੇ ਉਹਦੇ ਰੱਸੇ ਖੋਲੇ ਨੇ, ਬੰਧਨਾਂ ਤੋਂ ਮੁਕਤ ਕੀਤਾ ਹੈ ਤੇ ਸ਼ਹਿਜ਼ਾਦੇ ਨੂੰ ਉਠਾ ਕੇ ਲਿਆਂਦਾ ਹੈ। ਸ਼ਹਿਜ਼ਾਦੇ ਤਬ ਗਿਰਾ ਅਲਾਈ, ਭਾਈ ਸ਼ਹਿਜ਼ਾਦੇ ਨੇ ਇਸ ਤਰ੍ਹਾਂ ਫਿਰ ਬਚਨ ਕਹੇ, ਭਲੇ ਥਾਨ ਭੇਜਿਓ ਮੁਝ ਥਾਨਾ। ਆ ਕੇ ਕਹਿੰਦਾ ਭਾਈ ਸ਼ਹਿਜ਼ਾਦਾ, ਐ ਤਪਾ ਜੀ ਸਤਿਗੁਰੂ ਜੀ ਮਹਾਰਾਜ ਚੰਗੀ ਥਾਂ ਮੈਨੂੰ ਭੇਜਿਆ ਜੇ,
ਇੱਥੇ ਭੋਜਨ ਖਾਣ ਵਾਸਤੇ। ਚੀਰ ਉਤਾਰੇ ਬੰਦੇ ਹਾਥਾ, ਮੇਰੇ ਤਾਂ ਇਹਨਾਂ ਨੇ ਬਸਤਰ ਵੀ ਤਨ ਦੇ ਉੱਤੋਂ ਲਾ ਲਏ ਤੇ ਮੇਰੇ ਹੱਥ ਬੰਨ ਦਿੱਤੇ ਨੇ। ਇਨ ਤੇ ਪਟ ਅਬ ਦੇਹੋ ਦਿਵਾਏ, ਨਾਲੇ ਸਭ ਤੋਂ ਪਹਿਲਾਂ ਇਹਨਾਂ ਕੋਲੋਂ ਮੇਰੇ ਜਿਹੜੇ ਬਸਤਰ ਨੇ ਉਹ ਤਾਂ ਵਾਪਸ ਦਵਾ ਦਿਓ। ਬੜੇ ਦੁਸ਼ਟ ਪਾਪੀ ਦੁਖਦਾਏ, ਇਹ ਬੜੇ ਵੱਡੇ ਦੁਸ਼ਟ ਹਨ, ਪਾਪੀ ਹਨ, ਦੁੱਖ ਦੇਣ ਵਾਲੇ। ਮਨੁਜ ਕਹੈ ਇਹੋ ਐਸੋ ਆਇਓ, ਜਿਹੜੇ ਠੱਗ ਸਨ ਜਿਨ੍ਹਾਂ ਨੇ ਫੜ ਕੇ ਭਾਈ ਸ਼ਹਿਜ਼ਾਦੇ ਨੂੰ ਬੰਨਿਆ ਸੀ, ਉਹ ਕਹਿਣ ਲੱਗੇ ਨਾ ਜੀ ਇਹ ਤਾਂ ਇਸੇ ਤਰ੍ਹਾਂ ਹੀ ਆਇਆ ਹੈ। ਭਾਈ ਸ਼ਹਿਜ਼ਾਦਾ ਕਹਿੰਦਾ ਕਿ ਮੇਰੇ ਬਸਤਰ ਦਵਾਓ, ਮੇਰੇ ਤਨ ਦੇ ਉੱਤੋਂ ਕੀਮਤੀ ਬਸਤਰ ਲਾ ਲਏ, ਮੇਰੇ ਹੱਥ ਬੰਨੇ ਨੇ। ਅੱਗੋਂ ਠੱਗ ਕਹਿਣ ਲੱਗੇ ਕਿ ਨਹੀਂ ਜੀ ਇਹ ਤਾਂ ਇਸੇ ਤਰ੍ਹਾਂ ਹੀ ਆਇਆ ਸੀ। ਨਹਿ ਦੋ ਕੂਲ ਕੋ ਪਟ ਲਿਆਇਓ, ਇਹਨੇ ਤਾਂ ਆਪਣੇ ਤਨ ਦੇ ਉੱਤੇ ਬਸਤਰ ਨਹੀਂ ਸੀ ਪਾਏ। ਤਬ ਮੈਂ ਨਗਨ ਲੀਨ ਨਿਜ ਸਾਥਾ, ਤੇ ਭਾਈ ਬਾਲਾ ਕਹਿਣ ਲੱਗੇ ਕਿ ਮੈਂ ਇਸੇ ਤਰ੍ਹਾਂ ਭਾਈ ਸ਼ਹਿਜ਼ਾਦੇ ਨੂੰ ਨਾਲ ਲਿਆ। ਆਇਓ ਜਹੈ ਠਾਂਡੇ ਜਗਨਾਥਾ, ਜਿੱਥੇ ਜਗਤ ਦੇ ਮਾਲਕ ਸਤਿਗੁਰੂ ਬਿਰਾਜਮਾਨ ਨੇ, ਜਿੱਥੇ ਖੜੇ ਹਨ ਸਤਿਗੁਰੂ ਸੱਜਣ ਠੱਗ ਦੇ ਕੋਲ, ਉੱਥੇ ਮੈਂ ਸ਼ਹਿਜ਼ਾਦੇ ਨੂੰ ਲੈ ਕੇ ਆ ਗਿਆ। ਦੋਹਰਾ ਗੁਰ ਬੂਝਿਓ ਕਿਉ ਨਗਰ ਪਾ, ਸਤਿਗੁਰੂ ਜੀ ਨੇ ਭਾਈ ਸ਼ਹਿਜ਼ਾਦੇ ਨੂੰ ਪੁੱਛਿਆ, ਸ਼ਹਿਜ਼ਾਦੇ ਕਿਉਂ ਨੰਗਾ ਹੈ, ਤਨ ਦੇ ਉੱਤੇ ਬਸਤਰ ਕਿਉਂ ਨਹੀਂ ਪਾਏ? ਕਿਨਹਿ ਉਤਾਰੇ ਚੀਰ, ਦੱਸ ਤੇਰੇ ਤਨ ਦੇ ਉੱਤੋਂ ਕਿੰਨੇ ਬਸਤਰ ਲਾ ਲਏ ਹਨ? ਸੁਨ ਕੇ ਸਹਜਾਦਾ ਕਹਿਤ, ਸੁਣ ਕੇ ਸਤਿਗੁਰਾਂ ਦਾ ਇਹ ਬਚਨ ਭਾਈ ਸ਼ਹਿਜ਼ਾਦਾ ਕਹਿਣ ਲੱਗੇ, ਸੁਨਹੁ ਹਰਨ ਪਰ ਪੀਰ, ਐ ਸਤਿਗੁਰੂ ਜੀ ਆਪਣੇ ਪਿਆਰਿਆਂ ਦੀ ਪੀੜਾ ਹਰਨ ਵਾਲੇ ਮਹਾਰਾਜ, ਮੇਰੀ ਪੁਕਾਰ ਮੇਰਾ ਦੁੱਖ ਸੁਣੋ। ਚਉਪਈ ਇਤ ਕੋ ਭਲੋ ਬੈਸਨੋ ਬੈਸਾ, ਮਹਾਰਾਜ ਆ ਜਿਹੜਾ ਸਾਹਮਣੇ ਬੈਸ਼ਨ ਬਣ ਕੇ ਬੈਠਾ ਹੈ ਨਾ, ਜਿਹਨੇ ਆਪਣੇ ਤਨ ਦੇ ਉੱਤੇ ਬੜੇ ਸੋਹਣੇ ਪਹਿਰਾਵੇ ਪਾਏ ਨੇ ਸੰਤਾਂ ਵਾਲੇ, 12 ਤਿਲਕ ਲਾਏ ਹੋਏ ਨੇ, ਜਿਸ ਨੇ ਬੰਚਕ ਅਗੀ ਨਾ ਕੋ ਇਸ ਜੈਸਾ, ਮਹਾਰਾਜ ਇਹ ਵੱਡਾ ਠੱਗ ਜੇ, ਇਹਦੇ ਵਰਗਾ ਇਹਦੇ ਜਿੰਨਾ ਕੋਈ ਵੱਡਾ ਪਾਪੀ ਨਹੀਂ ਹੈ। ਮੋਕੋ ਅੰਤਰ ਲੈ ਕਰਤਾ ਮਾ, ਸਭ ਤੋਂ ਪਹਿਲਾਂ ਮੈਨੂੰ ਇਹ ਅੰਦਰ ਲੈ ਗਏ ਹਨ। ਮੁਸ਼ਕੈ ਬਾਦ ਲੀਨ ਸੰਗ ਦਾਮਾ, ਅੰਦਰ ਜਾ ਕੇ ਤੇ ਰੱਸੀ ਦੇ ਨਾਲ ਮੇਰੀਆਂ ਮੁਸ਼ਕਾਂ ਬੰਨ ਦਿੱਤੀਆਂ ਨੇ। ਚੀਰ ਉਤਾਰ ਸ਼ਾਸਨਾ ਦੀਨੀ, ਮੇਰੇ ਕੀਮਤੀ ਬਸਤਰ ਇਹਨਾਂ ਲਾ ਲਏ ਨੇ ਤੇ ਮੈਨੂੰ ਸਜ਼ਾ ਦਿੱਤੀ, ਭਾਵ ਮੈਨੂੰ ਬਹੁਤ ਜ਼ਿਆਦੀ ਤਾੜਨਾ ਕੀਤੀ ਹੈ। ਐਸੋ ਤੀਬਰ ਪਾਪ ਮਤ ਪੀਨੀ, ਇਹ ਦਿਖਦਾ ਤੇ ਉੱਪਰੋਂ ਲਿਬਾਸ ਇਹਦਾ ਭਗਤਾਂ ਵਾਲਾ ਹੈ, ਪਰ ਮਤ ਇਸ ਦੀ ਜਿਹੜੀ ਉਹ ਪਾਪਾਂ ਦੇ ਨਾਲ ਭਿੱਜੀ ਹੈ। ਜਿਉਂ ਜਿਉਂ ਕਹਿਤ ਬਚਨ ਟਿਗ ਸੋਏ, ਜਿਸ ਤਰ੍ਹਾਂ ਭਾਈ ਸ਼ਹਿਜ਼ਾਦਾ ਇਸ ਸੱਜਣ ਦੇ ਸਾਹਮਣੇ ਖਲੋ ਕੇ ਇਹਦੀ ਕਰਤੂਤ ਬਿਆਨ ਕਰਦਾ ਸੀ, ਤਿਉਂ ਤਿਉਂ ਸੱਜਣ ਲੱਜਤ ਹੋਏ, ਤਿਉਂ ਸੱਜਣ ਠੱਗ ਬੜਾ ਲੱਜਤ ਸ਼ਰਮਿੰਦਾ ਹੋ ਰਿਹਾ। ਹੋਰ ਵੀ ਲੋਕ ਖਲੋਤੇ ਨੇ, ਦੇਖ ਰਹੇ ਨੇ, ਕਿਉਂਕਿ ਜਿਹੜਾ ਵੀ ਗਿਆ ਸੀ ਉਹ ਜਿਉਂਦਾ ਵਾਪਸ ਨਹੀਂ ਸੀ ਆਉਂਦਾ। ਅੱਜ ਭਾਈ ਸ਼ਹਿਜ਼ਾਦੇ ਨੇ ਬਾਹਰ ਆ ਕੇ ਸਤਿਗੁਰਾਂ ਦੇ ਸਾਹਮਣੇ ਸੱਜਣ ਦੀਆਂ ਕਰਤੂਤਾਂ ਦਸੀਆਂ ਨੇ। ਮਹਾਰਾਜ ਆ ਜਿਹੜਾ ਸੋਹਣਾ ਲਿਬਾਸ ਪਾ ਕੇ ਭਗਤਾਂ ਵਾਲਾ ਬੈਠਾ ਹੈ, ਇਹਦੇ ਵਰਗਾ ਪਾਪੀ ਕੋਈ ਨਹੀਂ ਜੇ, ਇਹ ਵੱਡਾ ਠੱਗ ਹੈ, ਇਹਦੀ ਮੱਤ ਜਿਹੜੀ ਪਾਪਾਂ ਦੇ ਨਾਲ ਭਰੀ ਹੋਈ ਹੈ। ਜਿਉਂ-ਜਿਉਂ ਭਾਈ ਸ਼ਹਿਜ਼ਾਦਾ ਸਤਿਗੁਰਾਂ ਦੇ ਸਾਹਮਣੇ ਦੀ ਕਰਤੂਤ ਬਿਆਨ ਕਰਦਾ ਹੈ, ਇਹ ਸੁਣ ਕੇ ਸੱਜਣ ਠੱਗ ਤਿਉਂ ਲੱਜਤ ਹੋ ਰਿਹਾ, ਸ਼ਰਮਿੰਦਾ ਹੋ ਰਿਹਾ ਹੈ। ਨੀਚ ਗਰੀਬ ਜਿਹ ਬੋਲ ਨਾ ਆਵੇ, ਆਪਣੀ ਧੌਣ ਨੀਵੀਂ ਕੀਤੀ ਹੋਈ ਤੇ ਕੋਈ ਵੀ ਬੋਲ ਨਹੀਂ ਸੀ ਆਉਂਦਾ, ਕਿਉਂਕਿ ਨੀਵੀਂ ਤਾਂ ਆਪ ਤੇ ਤੋਂ ਵੱਡੇ ਅੱਗੇ ਪਾਈ ਜਾਂਦੀ। ਸਤਿਗੁਰਾਂ ਅੱਗੇ ਦਾ ਜ਼ੋਰ ਕੋਈ ਨਹੀਂ ਚੱਲਿਆ, ਨਹੀਂ ਤਾਂ ਹੋਰ ਕਿਸੇ ਨੂੰ ਕਦੇ ਬੋਲਣ ਹੀ ਨਹੀਂ ਸੀ ਦਿੱਤਾ। ਅੱਜ ਪੂਰਾ ਸਾਹਮਣੇ ਖੜਾ ਹੈ, ਪੂਰੇ ਅੱਗੇ ਕਿਹਦਾ ਜ਼ੋਰ ਚੱਲਣਾ ਸੀ। ਨੀਵੀਂ ਪਾ ਕੇ ਸੱਜਣ ਜਿਹੜਾ ਸੀ ਉਹ ਖਲੋ ਗਿਆ। ਕੈਸੋ ਦੁਰੈ ਨਾ ਮਿਸ ਕੋ ਪਾਵੈ, ਹੁਣ ਕਿਸ ਤਰ੍ਹਾਂ ਲੁਕੇ, ਕੋਈ ਬਹਾਨਾ ਨਹੀਂ ਸੀ ਮਿਲ ਰਿਹਾ ਕਿ ਇਥੋਂ ਭੱਜ ਜਾਵੇ ਤੇ ਲੁਕ ਜਾਵੇ। ਲੱਜਤ ਹੋਇਓ ਦੇਖ ਮਹਾਨਾ, ਜਦੋਂ ਇਸ ਨੂੰ ਬਹੁਤ ਜ਼ਿਆਦਾ ਲੱਜਤ ਹੋਇਆ ਦੇਖਿਆ ਹੈ, ਤੇ ਛਿਨ ਸ੍ਰੀ ਗੁਰ ਸ਼ਬਦ ਬਖਾਨਾ, ਉਸ ਵਕਤ ਸਤਿਗੁਰੂ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਪਾਵਨ ਸ਼ਬਦ ਉਚਾਰਨ ਕੀਤਾ। ਸੂਹੀ ਮਹੱਲਾ ਪਹਿਲਾ ਘਰ ਛੇਵਾ, ਸੂਹੀ ਰਾਗ ਹੈ, ਮਹੱਲਾ ਪਹਿਲਾ, ਪਹਿਲੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਪਾਵਨ ਸ਼ਬਦ ਹੈ। ਘਰ ਛੇਵਾਂ, ਰਾਗੀ ਸਿੰਘਾਂ ਨੂੰ ਛੇਵੇਂ
ਘਰ ਸੁਰ ਤਾਲ ਅੰਦਰ ਗਾਉਣ ਦੀ ਹਦਾਇਤ ਕੀਤੀ ਹੈ। ਇਕ ਓੰਕਾਰ ਇੱਕ ਅਦਵੈਤ ਸਰੂਪ ਪਰਮਾਤਮਾ ਓੰਕਾਰ ਉਹ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੁੰਦੀ ਹੈ। ਉਜਲ ਕਹਿਹਾਂ ਚਿਲਕਣਾ ਘੋਟ ਮਕਾਲੜੀ ਮਸ। ਹਾਂ, ਗੁਰਦੇਵ ਪਾਵਨ ਸ਼ਬਦ ਉਚਾਰਨ ਕਰਦੇ ਨੇ। ਪ੍ਰਮਾਣ ਦਿੱਤਾ ਹੈ ਸਤਿਗੁਰਾਂ ਨੇ ਕਹਿ ਦੇ ਭਾਂਡੇ ਦਾ। ਕਹਿ ਦਾ ਭਾਂਡਾ ਜਿਹੜਾ ਹੈ ਉੱਪਰੋਂ ਬੜਾ ਉਜਲ ਚਮਕਦਾ ਹੈ, ਚਿਲਕਣਾ ਬੜਾ ਲਿਸ਼ਕਦਾ ਹੈ, ਪਰ ਜਦੋਂ ਉਹਦੇ ਉੱਤੇ ਘੋਟਮ ਉਹਦੇ ਉੱਤੇ ਹੱਥ ਘਸਾਇਆ ਜਾਵੇ ਤੇ ਕਾਲੜੀ ਮਸ ਉਹਦੇ ਵਿੱਚੋਂ ਕਾਲੀ ਮਸ ਸਿਆਹੀ ਨਿਕਲਦੀ ਹੈ। ਧੋਤਿਆਂ ਜੂਠ ਨਾ ਉਤਰੈ। ਇਸੇ ਤਰ੍ਹਾਂ ਉਹ ਕਹਿ ਦੇ ਭਾਂਡੇ ਨੂੰ ਜਿੰਨਾ ਮਰਜੀ ਧੋਈਏ ਉਹਦੀ ਜੂਠ ਉਤਰਦੀ ਨਹੀਂ ਹੈ। ਜੇ ਸੋ ਧੋਵਾ ਤਿਸ ਭਾਵੇਂ ਕਹਿ ਦੇ ਬਰਤਨ ਨੂੰ 100 ਵਾਰੀ ਧੋਣਾ ਕਰੀਏ, ਪਰ ਜਿੰਨਾ ਉਹਨੂੰ ਧੋਵਾਂਗੇ, ਬਾਰ-ਬਾਰ ਉਹਦੇ ਉੱਤੇ ਹੱਥ ਘਸਾਵਾਂਗੇ ਤੇ ਜਿਹੜੀ ਕਾਲਖ ਹੈ ਉਹ ਕਹੇ ਦਾ ਬਰਤਨ ਛੱਡਦਾ ਹੈ। ਸੱਜਣ ਸੇਈ ਨਾਲ ਮੈਂ। ਮਹਾਰਾਜ ਜੀ ਨੇ ਇੱਥੇ ਉਦਾਹਰਨ ਦਿੱਤੀ ਹੈ ਕਹੇ ਦੇ ਬਰਤਨ ਦੀ ਕਿ ਜੀਵਨ ਤਾਂ ਹੈ ਕਹਿ ਦੇ ਬਰਤਨ ਵਰਗਾ, ਉੱਪਰੋਂ ਬੜਾ ਉਜਲ ਹੈ, ਬੜਾ ਲਿਸ਼ਕਣਾ ਹੈ, ਪਰ ਅੰਦਰ ਕੀ ਹੈ? ਉਹ ਵਿਕਾਰਾਂ ਦੀ ਪਾਪਾਂ ਦੀ ਮਸ ਸ਼ਾਹੀ ਹੈ। ਧੋਤਿਆਂ ਜੂਠ ਨਾ ਉਤਰੈ ਜੇ ਸੌ ਧੋਵਾਂ ਤਿਸ। ਜੇ 100 ਧੋਵਾਂ ਤਿਸ, 100 ਵਾਰੀ ਭਾਵੇਂ ਤਨ ਨੂੰ ਧੋਈ ਜਾਈਏ, ਪਰ ਮਹਾਰਾਜ ਕਹਿੰਦੇ ਅੰਦਰਲੀ ਜਿਹੜੀ ਮੈਲ ਹੈ ਨਾ, ਕਾਲਖ ਹੈ, ਉਹ ਧੋਣ ਦੇ ਨਾਲ, ਬਾਹਰੋਂ ਧੋਣ ਦੇ ਨਾਲ ਨਹੀਂ ਉਤਰਦੀ। ਸੱਜਣ ਸੇਈ ਨਾਲ ਮੈਂ। ਪਾਤਸ਼ਾਹ ਕਹਿੰਦੇ ਨੇ ਨਾਮ ਸੱਜਣ ਰਖਾਉਣ ਨਾਲ ਸੱਜਣ ਨਹੀਂ ਬਣ ਜਾਈਦਾ। ਅਸਲ ਵਿੱਚ ਸੱਜਣ ਤਾਂ ਉਹ ਹਨ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿਹੜੇ ਇਸ ਲੋਕ ਤੋਂ ਪਰਲੋਕ ਵੱਲ ਚੱਲੀਏ ਤੇ ਨਾਲ ਚੱਲਣ। ਜਿੱਥੈ ਲੇਖਾ ਮੰਗੀਐ। ਜਿੱਥੇ ਪਰਲੋਕ ਵਿੱਚ ਲੇਖਾ ਮੰਗਿਆ ਜਾਵੇ, ਤਿੱਥੈ ਖੜੇ ਦਿਸਨ। ਉੱਥੇ ਸਾਹਮਣੇ ਖਲੋਤੇ ਦਿਸਨ ਦਿਸਣ। ਪਰ ਕਿਹੜਾ ਨਾਲ ਤੁਰਦਾ ਹੈ? ਗੱਲੀ ਸੋ ਸੱਜਣ ਵੀ ਇੱਕ ਟੁੱਟੇਂਦੀ ਨਾ ਲਹਾਂ, ਧੁਖਾਂ ਜਿਉ ਮਾਲੀ ਕਾਰਨ ਤੰਨਾ ਮਾਂ ਪੇਰੀ। ਗੱਲਾਂ ਨਾਲ ਤਾਂ 20 ਸੱਜਣ ਬਣ ਜਾਂਦੇ, ਪਰ ਇੱਥੇ ਕਿਤੇ ਭੀੜ ਬਣ ਜਾਵੇ ਤਾਂ ਆਪਣੇ ਵੀ ਸਾਥ ਛੱਡ ਜਾਂਦੇ। ਉਹ ਤਾਂ ਪਤਾ ਚੱਲ ਹੀ ਜਾਂਦਾ ਹੈ ਕੌਣ ਆਪਣਾ ਤੇ ਕੌਣ ਬੇਗਾਨਾ ਹੈ। ਕਹਿਣ ਨੂੰ ਸਾਰੇ ਕਹਿੰਦੇ ਨੇ ਮੈਂ ਤੇਰਾ ਹਾਂ, ਪ੍ਰੀਤਮ ਜਾਨ ਲਿਓ ਮਨ ਮਾਹੀ, ਆਪਣੇ ਸੁਖ ਸਿਉ ਹੀ ਜਗ ਬਾਂਧਿਓ, ਕੋ ਕਾਹੂ ਕੋ ਨਾਹੀ। ਇੱਥੇ ਕੌਣ ਕਿਸੇ ਦਾ ਹੈ? ਪਰ ਕਹਿਣ ਨੂੰ ਤਾਂ ਸਾਰੇ ਕਹਿੰਦੇ ਨੇ ਮੈਂ ਸੱਜਣ ਹਾਂ। ਪਾਤਸ਼ਾਹ ਕਹਿੰਦੇ ਸੱਜਣ ਤਾਂ ਅਸਲ ਉਹ ਹੈ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚੱਲਨ। ਜਿੱਥੈ ਲੇਖਾ ਮੰਗੀਐ ਤਿੱਥੈ ਖੜ੍ਹੈ ਦਿਸਨ। ਅਸਲ ਸੱਜਣ ਉਹ ਹਨ ਜਿੱਥੇ ਲੇਖਾ ਮੰਗਿਆ ਜਾਵੇ ਉੱਥੇ ਖੜੇ ਦਿਸੇ, ਪਰ ਕੋਈ ਵੀ ਨਾਲ ਨਹੀਂ ਦਿਸਦਾ। ਜੇ ਪਰਿਵਾਰ ਨੂੰ ਕਹੀਏ ਸੱਜਣ ਹੈ, ਇਹਨਾਂ ਦੀ ਸੱਜਣਤਾ ਤੇ ਕੇਵਲ ਆ ਸ਼ਮਸ਼ਾਨ ਘਾਟ ਤੱਕ, ਸ਼ਮਸ਼ਾਨ ਭੂਮੀ ਤੱਕ ਹੁੰਦੀ ਹੈ। ਫਿਰ ਤੀਲੇ ਤੋੜ ਕੇ ਵੀ ਕਹਿ ਦਿੰਦੇ ਨੇ ਜਤਰ ਆਇਆ ਤਤਰ ਗਛਤੀ। ਜਿੱਧਰੋਂ ਆਇਆ ਸੀ ਉਧਰ ਚਲਾ ਜਾ, ਅੱਜ ਤੋਂ ਬਾਅਦ ਤੇਰਾ ਸਾਡਾ ਕੋਈ ਨਾਤਾ ਨਹੀਂ। ਧਨ ਦੀ ਸੱਜਣਤਾ ਕਿੰਨੇ ਚਿਰ ਤੱਕ ਹੈ? ਜਿੰਨਾ ਚਿਰ ਸਵਾਸ ਚੱਲ ਰਹੇ। ਹਾਂ, ਕਰਮੀ ਜਿਹੜੇ ਮਿੱਤਰ ਹਨ, ਜਿਹੜੇ ਪਰਲੋਕ ਵਿੱਚ ਨਾਲ ਉਹ ਖੜੇ ਦਿਸਦੇ ਹਨ। ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ। ਜੋ ਕਰਮ ਕਮਾਏ ਹਨ ਉਹਦਾ ਫਲ ਫਿਰ ਅੱਗੇ ਮਿਲਦਾ ਹੈ। ਜੇ ਦੇਖਿਆ ਜਾਵੇ ਤੇ ਅਸਲ ਸੱਜਣ ਹਨ ਜੀਵ ਦੇ ਕਰਮ। ਇਹ ਕਰਮਾਂ ਦਾ ਹੀ ਨਬੇੜਾ ਹੁੰਦਾ ਹੈ। ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਾਹ ਆਏ ਕੰਮ। ਜਿਨ੍ਹਾਂ ਨੇ ਚੰਗੇ ਕਰਮ ਕੀਤੇ ਨੇ ਦਰਗਾਹ ਵਿੱਚ ਕੰਮ ਆਉਂਦੇ। ਅਸਲ ਸੱਜਣ ਤੇ ਗੁਰੂ ਹੈ ਜੋ ਦਰਗਾਹ ਦੇ ਵਿੱਚ ਖਲੋਤਾ ਦਿਸਦਾ ਹੈ ਤੇ ਦਰਗਾਹ ਦੇ ਵਿੱਚੋਂ ਸਾਨੂੰ ਪਰਮਾਤਮਾ ਦੀ ਹਜ਼ੂਰੀ ਵਿੱਚ ਬਖਸ਼ਾ ਦਿੰਦਾ। ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ। ਮਹਾਰਾਜ ਕਹਿੰਦੇ ਕਿਹਨਾਂ ਨੂੰ ਸੱਜਣ ਬਣਾ ਕੇ ਬੈਠਾ ਹੈ? ਨਾਮ ਆਪਣਾ ਸੱਜਣ ਰਖਾਇਆ, ਪਰ ਤੂੰ ਜਾਣਦਾ ਹੀ ਨਹੀਂ ਹੈ ਕਿ ਸੱਜਣ ਕੌਣ ਹੈ। ਸੱਜਣ ਤਾਂ ਉਹ ਹੈ ਜਿੱਥੈ ਲੇਖਾ ਮੰਗੀ ਹੈ ਤਿੱਥੈ ਖੜੇ ਦਿਸਨ। ਉੱਥੇ ਨਾਲ ਖਲੋਤੇ ਤੇਰੇ ਲੇਖੇ ਦੇ ਵਿੱਚ ਤੇਰਾ ਸਾਥ ਦੇਣ। ਬਾਹੂ ਪਰਪੰਚ ਕਰ ਪਰ ਧਨ ਲਿਆਵੈ, ਸੁੱਤ ਦਾਰਾ ਪਿਆਨ ਲੁਟਾਵੈ। ਜਿਨ੍ਹਾਂ ਕਰਕੇ ਤੂੰ ਇੰਨਾ ਪਾਪ ਕਰ ਰਿਹਾ ਹੈ, ਦੱਸ ਕੀ ਉਹਨਾਂ ਨੇ ਤੇਰੇ ਨਾਲ ਦਰਗਾਹ ਦੇ ਵਿੱਚ ਲੇਖਾ ਦੇਣਾ ਹੈ? ਉਹਨਾਂ ਨੂੰ ਤੂੰ ਸੱਜਣ ਸਮਝੀ ਬੈਠਾ ਹੈ। ਅਸਲ ਸੱਜਣ ਉਹ ਹਨ ਜਿਹੜੇ ਦਰਗਾਹ ਵਿੱਚ ਜਦ ਲੇਖਾ ਲਿਆ ਜਾਵੇਗਾ
ਉੱਥੇ ਖੜੇ ਤੇਰੇ ਨਾਲ ਮਿੱਤਰਤਾ ਨਿਭਾਉਣਗੇ, ਰਹਾਉ। ਵਿਸ਼ਰਾਮ ਦੇ ਕੇ ਬਖਸ਼ਿਸ਼ ਕਰਦੇ ਹਨ। ਕੋਠੇ ਮੰਡਪ ਮਾੜੀਆਂ, ਬੜੇ ਸੁੰਦਰ ਕੋਠੇ ਮਹਿਲ ਮਾੜੀਆਂ ਖੜੀਆਂ ਕੀਤੀਆਂ ਨੇ। ਪਾਸੋਂ ਚਿਤਵੀਆ, ਬਾਹਰੋਂ ਬਹੁਤ ਜ਼ਿਆਦੀਆਂ ਚਿੱਤਰਕਾਰੀਆਂ ਉਹਨਾਂ ਮਹਿਲ ਮਾੜੀਆਂ ਤੇ ਘਰਾਂ ਤੇ ਤਿਆਰ ਹੋਈਆਂ ਨੇ। ਢੱਠੀਆਂ ਕੰਮ ਨਾ ਆਵਨੀ, ਵਿੱਚੋਂ ਸਖਣੀਆਂ। ਪਰ ਜੇ ਵਿੱਚੋਂ ਸਖਣੀਆਂ ਵਿੱਚੋਂ ਖਾਲੀ ਹੋਣ ਤੇ ਢੱਠ ਜਾਂਦੀਆਂ ਨੇ, ਕਿਸੇ ਕੰਮ ਨਹੀਂ ਆਉਂਦੀਆਂ। ਜਿੰਨੇ ਮਰਜ਼ੀ ਮਹਿਲ ਮਾੜੀਆਂ ਕੋਠੀਆਂ ਤਿਆਰ ਕੀਤੀਆਂ ਜਾਣ, ਜੇ ਵਿੱਚੋਂ ਹੀ ਖਾਲੀ ਹੋਣ, ਵਿੱਚੋਂ ਹੀ ਚੰਗੀਆਂ ਨਾ ਹੋਣ, ਪੱਕੀਆਂ ਨਾ ਕੀਤੀਆਂ ਹੋਣ, ਤੇ ਬਾਹਰ ਕੀਤੀ ਚਿੱਤਰਕਾਰੀ ਕਿਸੇ ਕੰਮ ਨਹੀਂ ਆਉਂਦੀ। ਥੋੜੇ ਸਮੇਂ ਦੇ ਵਿੱਚ ਹੀ ਉਹ ਮਹਿਲ ਮਾੜੀਆਂ ਢੱਠ ਜਾਂਦੀਆਂ ਨੇ। ਬੱਗਾ ਬੱਗੇ ਕੱਪੜੇ, ਇਸੇ ਤਰ੍ਹਾਂ ਬਗਲੇ ਵਰਗੇ, ਹਾਂ ਬੱਗਾ ਬੱਗੇ ਕੱਪੜੇ, ਬਗਲੇ ਦੇ ਚਿੱਟੇ ਜਿਹੜੇ ਖੰਭ ਹਨ, ਤੀਰਥ ਮੰਜ ਵਸਨ। ਅਤੇ ਉਹ ਬਗਲਾ ਜਿਹੜਾ ਹੈ ਤੀਰਥਾਂ ਦੇ ਉੱਤੇ ਰਹਿੰਦਾ ਹੈ। ਘੁੱਟ ਘੁੱਟ ਜੀਆ ਖਾਵਣੇ, ਤੇ ਉਹ ਤੀਰਥਾਂ ਤੇ ਰਹਿ ਕੇ ਕਰਦਾ ਕੀ? ਉਹਨੇ ਕੋਈ ਬੈਠ ਕੇ ਉੱਥੇ ਭਗਤੀ ਥੋੜੋ ਕਰਨੀ ਹੈ। ਉਹ ਬਗਲੇ ਨੇ ਤਾਂ ਘੁੱਟ ਘੁੱਟ ਜੀਆਂ ਖਾਵਣੇ, ਉਹਨਾਂ ਤੀਰਥਾਂ ਦੇ ਉੱਤੇ ਘੁੱਟ ਘੁੱਟ ਕੇ, ਲੱਭ ਲੱਭ ਕੇ, ਚੁਣ ਚੁਣ ਕੇ ਜਿਹੜੇ ਜੀ ਹੈ ਉਹ ਖਾਂਦਾ ਹੈ। ਬੱਗੇ ਨਾ ਕਹੀ ਅੰਨ, ਫਿਰ ਉਹ ਬੱਗੇ ਦਾ ਅਰਥ ਹੈ ਚਿੱਟਾ ਉਜਲ। ਉਹਨੂੰ ਉਜਲ ਕਿਸ ਤਰ੍ਹਾਂ ਮੰਨਿਆ ਜਾਏ? ਇਸੇ ਤਰ੍ਹਾਂ ਬੱਗਾ ਬੱਗੇ ਕੱਪੜੇ ਤੇ ਉਤੋਂ ਬਗਲੇ ਵਰਗੇ ਚਿੱਟੇ ਪੁਸ਼ਾਕਾਂ ਪਾ ਕੇ ਬੈਠ ਜਾਣਾ, ਧਰਮੀਆਂ ਵਾਲੇ ਲਿਬਾਸ ਪਾ ਕੇ ਬਹਿ ਜਾਣਾ। ਸੋ ਇਸੇ ਤਰ੍ਹਾਂ ਤੀਰਥਾਂ ਦੇ ਉੱਤੇ ਜਾ ਕੇ ਨਿਵਾਸ ਕਰਨ ਲੱਗ ਪੈਣਾ। ਪਰ ਗੁਰਦੇਵ ਕਹਿੰਦੇ ਹਨ ਕਰਦੇ ਕੀ ਨੇ? ਘੁੱਟ ਘੁੱਟ ਜੀਆਂ ਖਾਵਣੇ। ਚਲੋ ਜਿਹੜੇ ਜਗਿਆਸੂ ਹਨ, ਮੁਬਾਰਕ ਹੈ, ਉਹ ਤਾਂ ਕੁਝ ਪ੍ਰਾਪਤੀ ਲਈ ਆਉਂਦੇ ਨੇ। ਪਰ ਦੇਖਿਆ ਜਾਂਦਾ ਹੈ ਕਿ ਤੀਰਥਾਂ ਦੇ ਉੱਤੇ ਵੀ ਠੱਗਾਂ ਦੀ ਘਾਟ ਨਹੀਂ ਮਿਲਦੀ, ਉੱਥੇ ਚੋਰਾਂ ਦੀ ਘਾਟ ਨਹੀਂ ਮਿਲਦੀ, ਕਿਉਂਕਿ ਇਕੱਠ ਬਹੁਤਾ ਹੁੰਦਾ ਹੈ ਤੇ ਉਹਨਾਂ ਦਾ ਦਾਅ ਵੀ ਬਹੁਤਾ ਲੱਗ ਜਾਂਦਾ ਹੈ। ਇਸ ਕਰਕੇ ਉਹਨਾਂ ਦਾ ਕੰਮ ਤੇ ਹੈ ਘੁੱਟ ਘੁੱਟ ਜੀਆਂ ਖਾਵਣੇ। ਉਹ ਤਾਂ ਇੱਥੇ ਆ ਕੇ ਜੀ ਹੀ ਖਾਂਦੇ ਨੇ, ਪਾਪ ਹੀ ਕਰਦੇ ਹਨ। ਬੱਗੇ ਨਾ ਕਹੀ ਅੰਨ, ਕੇਵਲ ਚਿੱਟਾ ਲਿਬਾਸ ਪਾਉਣ ਦੇ ਨਾਲ ਬੱਗੇ ਨਹੀਂ ਬਣ ਜਾਈਦਾ, ਉਜਲ ਨਹੀਂ ਹੋ ਜਾਈਦਾ। ਸਿੰਬਲ ਰੁਖ ਸਰੀਰ ਮੈਂ, ਇਸੇ ਤਰ੍ਹਾਂ ਸਿੰਬਲ ਰੁੱਖ ਸਰੀਰ ਮੈਂ। ਗੁਰਦੇਵ ਕਹਿੰਦੇ ਨੇ ਸਾਡਾ ਜਿਹੜਾ ਸਰੀਰ ਹੈ ਉਹ ਤਾਂ ਸਿੰਬਲ ਦੇ ਰੁੱਖ ਵਰਗਾ ਹੈ। ਮੈਂ ਜਨ ਦੇਖ ਭੁਲਨ, ਤੇ ਮੇਰੇ ਵਰਗੇ ਜਿਹੜੇ, ਮੈਜਨ ਦਾ ਅਰਥ ਤੋਤਾ ਵੀ ਹੈ, ਮੈਂ ਜਨ ਦਾ ਅਰਥ ਜਿਹੜਾ ਉਹ ਮੇਰੇ ਵਰਗੇ ਜਨ ਵੀ ਹੈ। ਜਾਂ ਸਿੰਬਲ ਵਰਗਾ, ਸਿੰਬਲ ਦਾ ਰੁੱਖ ਜਿਹੜਾ ਹੈ, ਮੈਜਨ ਦੇਖ ਭੁਲਨ, ਤੇ ਤੋਤੇ ਉਸ ਦੇ ਫਲ ਨੂੰ ਦੇਖ ਕਰਕੇ ਉਹਨੂੰ ਖਾਣ ਵਾਸਤੇ ਆਉਂਦੇ ਨੇ। ਪਰ ਹੁੰਦਾ ਕੀ ਹੈ? ਸਿੰਬਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ, ਓਏ ਜੇ ਆਵੇ ਆਸ ਕਰ ਜਾਹੇ ਨਿਰਾਸਿਕਤ। ਫਲ ਫਿੱਕੇ ਫੁੱਲ ਬੱਕ ਬੱਕੇ, ਕੰਮ ਨਾ ਆਵੇ ਪੱਤ। ਉਹਦੇ ਫਲ ਵੀ ਫਿੱਕੇ ਨੇ ਤੇ ਪੱਤੇ ਵੀ ਫਿੱਕੇ ਹੁੰਦੇ। ਤੋਤਾ ਦੂਰੋਂ ਦੇਖ ਕੇ ਤਾਂ ਆਉਂਦਾ ਹੈ ਭਰਮਿਆ ਹੋਇਆ ਕਿ ਮੈਨੂੰ ਫਲ ਮਿਲ ਗਿਆ ਖਾਣ ਨੂੰ, ਪਰ ਕੋਲ ਆ ਕੇ ਪਤਾ ਲੱਗਦਾ ਕਿ ਨਾ ਇਹਦਾ ਫਲ ਕਿਸੇ ਕੰਮ ਦਾ, ਨਾ ਇਹਦੇ ਪੱਤੇ ਕਿਸੇ ਕੰਮ ਦੇ। ਇਸੇ ਤਰ੍ਹਾਂ ਆਪਣੇ ਸਰੀਰ ਨੂੰ ਸਿੰਬਲ ਵਰਗਾ ਬਣਾ ਲੈਣਾ, ਬਹੁਤ ਉੱਚਾ ਦੱਸਣਾ ਕਿ ਮੇਰਾ ਜੀਵਨ ਬੜਾ ਉੱਚਾ ਹੈ, ਅਸੀਂ ਬਹੁਤ ਉੱਚੇ ਅਹੁਦੇ 'ਤੇ ਬੈਠ ਕੇ ਬੜੇ ਚੰਗੇ ਫੈਸਲੇ ਕਰਦੇ ਹਾਂ। ਪਰ ਮਹਾਰਾਜ ਕਹਿੰਦੇ ਨੇ ਸਾਡੇ ਵਰਗੇ ਜੀਵ ਚਿਹਰੇ ਤੇਰੇ ਕੋਲ ਆਉਂਦੇ ਨੇ ਤੇ ਉਹਨਾਂ ਨੂੰ ਫਿਰ ਤੂੰ ਫੜ ਕੇ ਆਪਣਾ ਭੋਜਨ ਬਣਾਉਂਦਾ ਹੈ, ਸ਼ਿਕਾਰ ਬਣਾਉਂਦਾ ਹੈ, ਉਹਨਾਂ ਦਾ ਆਉਣਾ ਬਿਰਥਾ ਜਾਂਦਾ ਹੈ। ਸੇ ਫਲ ਕੰਮ ਨਾ ਆਵਨੀ, ਉਹ ਸਿੰਬਲ ਦੇ ਫਲ ਕਿਸੇ ਕੰਮ ਨਹੀਂ ਆਉਂਦੇ। ਤੇ ਗੁਣ ਮੈਂ ਤਨ ਹਨ, ਐਸੇ ਗੁਣ ਮੇਰੇ ਤਨ ਵਿੱਚ ਹੈਗੇ ਨੇ। ਭਾਵ ਦਿਖਾਵੇ ਵਰਗਾ ਗੁਣ ਤਾਂ ਹੈ, ਸਿੰਬਲ ਵਰਗਾ ਦਿਖਦਾ ਹਾਂ, ਪਰ ਅੰਦਰੋਂ ਕੋਈ ਗੁਣ ਨਹੀਂ ਹੈ। ਅੰਦਲੇ ਭਾਰ ਉਠਾਇਆ, ਅੰਦਲੇ ਜੀਵ ਨੇ ਆਪਣੇ ਸਿਰ ਤੇ ਭਾਰ ਉਠਾਇਆ ਹੈ। ਡੂਗਰ ਵਾਟ ਬਹੁਤ, ਪਰ ਵਾਟ ਜਿਹੜੀ ਹੈ ਉਹ ਤਾਂ ਪਹਾੜੀ ਵਾਟ ਹੈ। ਹੁਣ ਪਹਾੜੀ ਵਾਟ ਤੋਂ, ਰਸਤੇ ਤੋਂ ਲੰਘਣਾ ਹੋਵੇ ਤਾਂ ਬੰਦਾ ਹੌਲਾ ਚਾਹੀਦਾ ਹੈ, ਪਰ ਜੇ ਸਿਰ ਦੇ ਉੱਤੇ ਭਾਰ ਜ਼ਿਆਦਾ ਲੱਦਿਆ ਹੋਵੇ, ਡੂਗਰ ਵਾਟ ਬਹੁਤ, ਪਹਾੜੀ ਰਸਤੇ ਦਾ ਜਿਹੜਾ ਪੈਂਡਾ ਹੈ ਉਹ ਕਠਨ ਹੋ ਜਾਂਦਾ ਹੈ। ਅੱਖੀਂ ਲੋੜੀ ਨਾ ਲਹਾ, ਅੱਖੀਂ ਦੇਖਿਆ ਵੀ ਉਹ ਰਸਤਾ ਅੱਗੇ ਨਹੀਂ ਦਿਸਦਾ। ਹਉ ਚੜ ਲੰਗਾ ਕਿਤ, ਇਸ ਪਹਾੜੀ ਰਸਤੇ ਦੇ ਉੱਤੇ ਚੜ ਕੇ ਮੈਂ ਕਿਸ ਤਰ੍ਹਾਂ ਇਸ ਨੂੰ ਪਾਰ ਕਰਾਂ। ਚੱਕਰੀਆਂ ਚੰਗਿਆਈਆਂ, ਜਿਹੜੀਆਂ ਖੁਸ਼ਾਮਦੀਨ ਕਰਨੀਆਂ ਲੋਕਾਂ ਦੀਆਂ, ਦਿਖਾਵੇ ਵਾਲੇ ਚੰਗੇ ਕਰਮ ਕਰਨੇ। ਅਵਰ ਸਿਆਣਪ ਕਿਤ, ਹੋਰ ਸਿਆਣਪਾਂ ਕਿਸ ਕੰਮ ਦੀਆਂ ਹਨ? ਨਾਨਕ ਨਾਮ ਸੰਭਾਲ ਤੂੰ। ਗੁਰਦੇਵ ਕਹਿੰਦੇ ਹਨ ਨਾਨਕ ਨਾਮ ਸੰਭਾਲ ਤੂੰ। ਆਪਣੇ ਹਿਰਦੇ ਵਿੱਚ ਪਰਮੇਸ਼ਰ ਦੇ ਨਾਮ ਦੀ ਸੰਭਾਲ ਕਰ, ਉਹਦਾ ਸਿਮਰਨ ਕਰ,
ਉਹਦੀ ਬੰਦਗੀ ਕਰ। ਬੱਦਾ ਛੁੱਟ ਹੈ ਜਿਤ, ਜਿਸ ਸਿਮਰਨ ਦੀ ਬਰਕਤ ਦੇ ਨਾਲ ਇਹਨਾਂ ਬੰਧਨਾਂ ਤੋਂ ਤੂੰ ਛੁੱਟ ਜਾਵੇਂਗਾ। ਇਹ ਪਾਵਨ ਸ਼ਬਦ ਗੁਰੂ ਜੀ ਨੇ ਸੋਹੀ ਰਾਗ ਦੇ ਵਿੱਚ ਉਚਾਰਨ ਕੀਤਾ ਹੈ। ਪਰਥਾਏ ਗੁਰੂ ਜੀ ਨੇ ਸੱਜਣ ਠੱਗ ਦੇ ਉਚਾਰਿਆ ਹੈ, ਪਰ ਉਪਦੇਸ਼ ਸਤਿਗੁਰਾਂ ਦਾ ਸਾਰਿਆਂ ਲਈ ਸਾਂਝਾ ਹੈ। ਸਾਡੇ ਜੀਵਨ ਵੀ ਐਸੇ ਹਨ ਕਿ ਉੱਪਰੋਂ ਦਿਖਾਵੇ ਦਾ ਕੁਝ ਹੋਰ ਕਰਮ ਕਰੀਦਾ ਹੈ, ਅੰਦਰ ਮਨ ਨੇ ਸਾਡੀ ਝੋਲੀ ਪਾਇਆ ਹੈ। ਦਿੱਤਾ ਸਤਿਗੁਰਾਂ ਦਾ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਏ। ਸੋ ਅਸੀਂ ਵੀ ਸਿਮਰਨ ਕਰਕੇ, ਬੰਦਗੀ ਕਰਕੇ, ਨਾਮ ਜਪ ਕੇ ਇਹ ਜੀਵਨ ਨੂੰ ਸਫਲਾ ਬਣਾ ਸਕੀਏ। ਜਿਸ ਤਰ੍ਹਾਂ ਮਹਾਰਾਜ ਜੀ ਦਾ ਉਪਦੇਸ਼ ਸੁਣ ਕੇ ਇਹ ਸੱਜਣ ਠੱਗ ਮਹਾਰਾਜ ਦੇ ਚਰਨੀ ਪਏਗਾ, ਆਪਣੀ ਭੁੱਲ ਬਖਸ਼ਾਵੇਗਾ। ਜਿਸ ਤਰ੍ਹਾਂ ਸਤਿਗੁਰੂ ਜੀ ਨੇ ਇਹਦਾ ਵੀ ਉਦਾਰ ਕੀਤਾ ਹੈ। ਫਿਰ ਭਾਈ ਸ਼ਹਿਜ਼ਾਦੇ ਨੂੰ ਲੈ ਕੇ ਅੱਗੇ ਮਹਾਰਾਜ ਖੁਰਮੇ ਨਗਰ ਵਿੱਚ ਪਹੁੰਚਣਗੇ। ਉੱਥੇ ਭਾਈ ਸ਼ਹਿਜ਼ਾਦੇ ਨਾਲ ਨਿਵਾਸ ਕਰਨਗੇ। ਇਹ ਵਿਚਾਰ ਆਪਾਂ ਆਉਂਦੇ ਪ੍ਰਸੰਗ ਵਿੱਚ ਸਰਵਣ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ, ਅੱਗੇ ਵਾਸਤੇ ਅਸੀਸ ਦੇਣੀ, ਸਤਿਗੁਰਾਂ ਦਾ ਜਸ ਕਰਨ ਦੀ ਜਾਚ ਆ ਜਾਵੇ। ਸੋ ਆਓ ਦੋ ਪੰਕਤੀਆਂ ਅਖੀਰਲੀਆਂ ਸਰਵਣ ਕਰੀਏ। ਇੱਥੇ ਸਮਾਪਤੀ ਹੈ ਜੀ। ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ, ਨਾਨਕ ਨਾਮ ਸੰਭਾਲ ਤੂੰ, ਬੱਦਾ ਛੁੱਟ ਹੈ ਜਿਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।